ਚਾਨਣਾ ਪਾਇਆ ਤੇ ਮੈਂ ਦੁਬਾਰਾ ਫੇਰ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਲੋਕ ਅਧਿਕਾਰ ਲਹਿਰ ਦਾ ਜਿਹੜਾ ਫੇਸਬੁੱਕ ਤੇ ਪੇਜ ਹੈ ਉਹਨੂੰ ਫੋਲੋ ਕਰ ਲਓ ਤੇ ਉਹਨੂੰ ਫੋਲੋ ਕਰਕੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਤੁਹਾਡੇ ਨਾਲ ਵੀਰ ਜੁੜੇ ਹੋਏ ਨੇ ਜਿਹੜੇ ਇੱਥੇ ਵੀ ਕੀਮਤੀ ਵਿਚਾਰ ਸਟੇਜ ਤੇ ਦਿੱਤੇ ਜਾ ਰਹੇ ਨੇ ਉਹ ਹੋਰ ਲੋਕ ਵੀ ਸੁਣਨ ਤੇ ਇੱਕ ਬੇਨਤੀ ਹੋਰ ਹੈ ਸ਼ੇਅਰ ਕਰਕੇ ਉਹਨੂੰ ਜਿਵੇਂ ਕਰਦੇ ਆਪਾਂ ਉਹਦੀ ਆਵਾਜ਼ ਸਾਇਲੈਂਟ ਕਰਕੇ ਆਪਣੀ ਜੇਬ ਦੇ ਵਿੱਚ ਪਾਓ ਉਹਨੂੰ ਤਾਂ ਕਿ ਜਿਹੜੇ ਹੋਰ ਤੁਹਾਡੇ ਨਾਲ ਤੁਹਾਡੇ ਦੋਸਤ ਜੁੜੇ ਨੇ ਉਹ ਤੁਹਾਡੇ ਇਹਦਾ ਫਾਇਦਾ ਲੈ ਸਕਣ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਰਣਜੀਤ ਸਿੰਘ ਜੀ ਘੁੰਮਣ ਜਿਹੜੇ ਕਿ ਉੱਘੇ ਅਰਥ ਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਨੇ ਤੇ ਕ੍ਰੈਡਿਟ ਵਿਭਾਗ ਦੇ ਵਿੱਚ ਇਸ ਟਾਈਮ ਜੌਬ ਕਰ ਰਹੇ ਨੇ ਜਿਹੜੇ ਕਿ ਅੱਜ ਲੋਕ ਅਧਿਕਾਰ ਲਹਿਰ ਦੇ ਨਾਲ ਬਿਲਕੁਲ ਆਪਣਾ ਫੁੱਲ ਟਾਈਮ ਤੁਰਨ ਵਾਸਤੇ ਤਿਆਰ ਨੇ। ਹੁਣ ਆਪਣੀ ਜਿਹੜੀ ਕ੍ਰੈਡਿਟ ਵਿਭਾਗ ਦੇ ਵਿੱਚ ਜੌਬ ਚੱਲਦੀ ਹੈ। ਸੋ ਇਹ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਨੇ ਉਹਨਾਂ ਬਾਰੇ ਚਾਨਣਾ ਪਾਉਣਗੇ ਤੇ ਉਹ ਮਸਲਿਆਂ ਦਾ ਹੱਲ ਕੀ ਹੈ ਉਹਦੇ ਬਾਰੇ ਚਾਨਣਾ ਪਾਉਣਗੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ। ਤੇ ਇਹ ਦੇਖ ਕੇ ਇੱਕ ਉਮੀਦ ਵੱਜਦੀ ਹੈ ਕਿ ਪੰਜਾਬ ਅਜੇ ਜਿਉਂਦਾ ਹੈ, ਪੰਜਾਬ ਮੁੜ ਸੁਰਜੀਤ ਹੋ ਸਕਦਾ ਹੈ। ਵਾਦੀ ਪ੍ਰੋਬਲਮ ਮੇਰੇ ਤੋਂ ਪਹਿਲਾਂ ਜਿੰਨੇ ਵੀ ਸੂਝਵਾਨ ਦੋਸਤ ਆਪਣੀ ਗੱਲ ਰੱਖ ਕੇ ਗਏ ਨੇ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਤੁਸੀਂ ਸਾਰੇ ਜਿਹੜੇ ਹੋ ਉਹ ਵੀ ਜਿਹੜੇ ਮੋਬਿਲਾਈਜ਼ ਹੋ ਚੁੱਕੇ ਨੇ ਉਹ ਵੀ ਤੇ ਜਿਹੜੇ ਅਜੇ ਸੋਚ ਰਹੇ ਨੇ ਮੈਨੂੰ ਲੱਗਦਾ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣਗੇ। ਦੋਸਤੋ ਮੈਨੂੰ 30-35 ਮਿੰਟ ਦਾ ਸਮਾਂ ਜਿਹੜਾ ਪ੍ਰਬੰਧਕਾਂ ਨੇ ਦਿੱਤਾ ਹੈ, ਹਾਲਾਂਕਿ ਮੈਂ ਉਹਨਾਂ ਦੇ ਵਿੱਚੋਂ ਹੀ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀ ਆਰਥਿਕਤਾ ਦੇ ਪੱਖ ਦੇ ਮਸਲੇ ਨੇ ਮੇਨ ਮੁੱਦੇ ਨੇ ਉਹਨਾਂ ਤੇ ਇਸ ਸਮੇਂ 'ਚ ਗੱਲ ਕਰਾਂ। ਵੈਸੇ ਤੁਸੀਂ ਬਹੁਤ ਸਾਰਿਆਂ ਨੇ ਮੇਰੀਆਂ ਲਿਖਤਾਂ ਅਖਬਾਰਾਂ 'ਚ ਬੋਲ ਸੋਸ਼ਲ ਮੀਡੀਆ ਤੇ ਟੀਵੀ ਤੇ ਰੇਡੀਓ ਤੇ ਸੁਣੇ ਵੀ ਹੋਣਗੇ, ਪਰ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਤੁਹਾਡੇ ਰੂਬਰੂ ਹੁੰਦਿਆਂ। ਜੇ ਇੱਕ ਲੋਕ ਭਾਸ਼ਾ 'ਚ ਗੱਲ ਕਰਨੀ ਹੋਵੇ ਕਿ ਪੰਜਾਬ ਨੂੰ ਹੋਇਆ ਕੀ ਹੈ, ਪੰਜਾਬ ਦੀ ਆਰਥਿਕ ਸਮੱਸਿਆ ਕੀ ਹੈ, ਤਾਂ ਮੇਰੇ ਮਨ 'ਚ ਇੱਕ ਉਹ ਆ ਰਿਹਾ। ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਤਾਂ ਉਦੋਂ ਇੱਕ ਬੋਲੀ ਸੁਣਾਈ ਜਾਂਦੀ ਸੀ, ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ, ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ। ਪੰਚ ਤੋਂ ਮੇਰਾ ਮਤਲਬ ਘੜਮ ਚੌਧਰੀ, ਪੰਚ ਸਰਪੰਚ ਸਾਡੇ ਚੁਣੇ ਹੋਏ ਨਹੀਂ, ਘੜਮ ਚੌਧਰੀ ਜਿਹੜੇ ਪਿੰਡਾਂ ਸ਼ਹਿਰਾਂ 'ਚ ਕਸਬਿਆਂ 'ਚ ਨੇ। ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ, ਕੁਝ ਲੁੱਟ ਲਈ ਸਰਕਾਰਾਂ, ਗਹਿਣਾ ਗੱਟਾ ਘਰਦਿਆਂ ਲਾ ਲਿਆ, ਰੂਪ ਲੁੱਟ ਲਿਆ ਯਾਰਾਂ। ਪੰਜਾਬ ਦੇ ਹਾਲਾਤ ਅੱਜ ਇਹ ਨੇ ਕਿ ਸਾਰਾ ਕੁਝ ਪੰਜਾਬ ਨੂੰ ਨੰਗਿਆਂ ਕਰਕੇ ਬਿਠਾ ਦਿੱਤਾ ਤੇ ਇਸੇ ਕਰਕੇ ਤੁਸੀਂ ਸਾਰੇ ਲੋਕ ਅਧਿਕਾਰ ਲਹਿਰ ਨਾਲ ਜੁੜ ਕੇ ਪੰਜਾਬ ਨੂੰ ਬਚਾਉਣ ਵੱਲ ਚੱਲੇ ਹੋ। ਜਦੋਂ ਆਪਾਂ ਪੰਜਾਬ ਦੀ ਆਰਥਿਕਤਾ ਦੀ ਗੱਲ ਕਰਨੀ ਹੈ ਤਾਂ 3 ਮੁੱਖ ਖੇਤਰ ਹੁੰਦੇ ਨੇ। ਇੱਕ ਖੇਤਰ ਹੈ ਖੇਤੀ ਦਾ, ਇੱਕ ਖੇਤਰ ਹੈ ਉਦਯੋਗਾਂ ਦਾ, ਇੱਕ ਖੇਤਰ ਹੈ ਸੇਵਾਵਾਂ ਦਾ ਜਿਹਦੇ ਵਿੱਚ ਬੈਂਕ ਆ ਜਾਂਦੇ ਨੇ, ਐਜੂਕੇਸ਼ਨ ਆ ਜਾਂਦੀ, ਹੈਲਥ ਆ ਜਾਂਦੀ, ਬਿਜ਼ਨਸ ਆ ਜਾਂਦਾ, ਟ੍ਰੇਡ ਆ ਜਾਂਦਾ। ਪਿਛਲੇ
30 ਸਾਲਾਂ ਤੋਂ ਲਗਾਤਾਰ ਇੱਕ ਵੀ ਸਾਲ ਇਹੋ ਜਿਹਾ ਨਹੀਂ ਜਦੋਂ ਇਹਨਾਂ ਤਿੰਨਾਂ ਖੇਤਰਾਂ 'ਚ ਸਾਡਾ ਵਿਕਾਸ ਦਰ ਹਿੰਦੁਸਤਾਨ ਦੀ ਔਸਤ ਵਿਕਾਸ ਦਰ ਤੋਂ ਉੱਚਾ ਰਿਹਾ ਹੋਵੇ, ਹਮੇਸ਼ਾ ਥੱਲੇ ਰਿਹਾ। ਪਿਛਲੇ 30 ਸਾਲਾਂ 'ਚ ਸਾਡਾ ਸਮੁੱਚਾ ਵਿਕਾਸ ਦਰ ਜਿਹੜਾ ਹੈ ਉਹ ਲਗਾਤਾਰ ਗਿਰ ਰਿਹਾ ਔਰ ਹਾਲਤ ਇਹ ਹੈ ਕਿ 2007 ਔਰ 12 ਦੇ ਵਿਚਾਲੇ ਸਾਡਾ ਹਿੰਦੁਸਤਾਨ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ 26ਵਾਂ ਰੈਂਕ ਸੀ, ਉੱਪਰੋਂ ਥੱਲੇ ਨੂੰ। ਦੋਸਤੋ 26ਵਾਂ ਰੈਂਕ ਅਸੀਂ 26ਵੇਂ ਲੈਵਲ ਤੇ ਆ ਗਏ, ਜਿਹੜਾ ਕਿ 1970 ਤੋਂ ਲੈ ਕੇ 92 ਤੱਕ ਅਸੀਂ ਪਹਿਲੇ ਨੰਬਰ ਤੇ ਸੀ। 2007 ਔਰ 12 ਦੇ ਵਿਚਾਲੇ ਫਿਰ ਅਸੀਂ ਜਦੋਂ 12ਵੀਂ ਯੋਜਨਾ ਚਾਹੁੰਦੇ ਹਾਂ ਤਾਂ ਸਾਡਾ ਰੈਂਕ 29ਵਾਂ ਹੋ ਜਾਂਦਾ ਹੈ। 34 ਸਾਰੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ, ਸਾਡੇ ਤੋਂ ਥੱਲੇ ਸਿਰਫ 4 ਹੋਰ ਨੇ, 5। ਇਹੀ ਕਾਰਨ ਹੈ ਕਿ ਸਾਡਾ ਪ੍ਰਤੀ ਜੀ ਆਮਦਨ ਹੁੰਦੀ ਹੈ ਕਿ ਜਿੰਨੇ ਸਾਡੇ ਪੰਜਾਬ ਦੀ 1 ਸਾਲ ਦੇ ਵਿੱਚ ਇਹਨਾਂ ਸਾਰੇ ਖੇਤਰਾਂ ਤੋਂ ਆਮਦਨ ਹੁੰਦੀ ਹੈ, ਉਹਨੂੰ ਜੇ ਆਪਾਂ ਪੂਰੇ ਪੰਜਾਬ ਦੀ ਜਿਹੜੀ ਜਨਸੰਖਿਆ ਹੈ ਉਸ ਦੇ ਵੰਡ ਲਈਏ, ਜਿਹੜੀ ਕਿ ਇਸ ਵੇਲੇ 3 ਕਰੋੜ ਦੇ ਲਾਗੇ ਛਾਗੇ ਹੈ, ਤੇ ਸਾਡੇ ਪ੍ਰਤੀ ਜੀ ਆਮਦਨ ਜਿਹੜੇ 2000 ਤੋਂ ਪਹਿਲਾਂ 1 ਨੰਬਰ ਤੇ ਹੁੰਦੀ ਸੀ ਔਰ 30 ਸਾਲ 1 ਨੰਬਰ ਤੇ ਰਹੀ। ਹੁਣ ਅਸੀਂ ਜਿਹੜੇ ਹਿੰਦੁਸਤਾਨ ਦੇ ਮੁੱਖ ਸੂਬੇ ਆ ਉਹਨਾਂ 'ਚ 12ਵੇਂ ਨੰਬਰ ਤੇ ਆ ਔਰ ਜਿਹੜੇ ਜੇ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਜੋੜ ਲਈਏ, ਹੋਰ ਸੂਬੇ ਜੋੜ ਲਈਏ ਤਾਂ 17ਵੇਂ ਨੰਬਰ ਤੇ। ਦੋਸਤੋ ਇਹ 2 ਅੰਕੜੇ ਵਿਕਾਸ ਦਰ ਦਾ ਲਗਾਤਾਰ ਗਿਰਨਾ ਤੇ ਹਿੰਦੁਸਤਾਨ ਦੀ ਔਸਤ ਦਰ ਤੋਂ ਥੱਲੇ ਰਹਿਣਾ ਤੇ ਵਿਕਾਸ ਦਰ ਦਾ ਪਰ ਪ੍ਰਤੀ ਜੀ ਆਮਦਨ ਦਾ ਲਗਾਤਾਰ ਗਿਰਨਾ ਤੇ 16ਵੇਂ ਰੈਂਕ ਤੇ ਪਹੁੰਚਣਾ, ਇਹ 2 ਅੰਕੜੇ ਪੰਜਾਬ ਦੀ ਜਿਹੜੀ ਆਰਥਿਕਤਾ ਦੀ ਤਸਵੀਰ ਹੈ ਉਹਨੂੰ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਕਰਕੇ ਰੱਖ ਦਿੰਦੇ ਨੇ। ਕਿਉਂਕਿ ਇਸੇ ਕਰਕੇ ਅੱਜ ਸਰਕਾਰ ਜਿਹੜੀ ਹੈ, ਪੰਜਾਬ ਸਰਕਾਰ, ਉਹ ਨੰਗ ਹੋ ਚੁੱਕੀ ਹੈ, ਕਰਜ਼ਾ ਲੈ ਕੇ ਕਰਜ਼ਾ ਮੋੜ ਰਹੀ ਹੈ। EMPLOYEES ਦਾ ਜਿਹੜੇ ਇਹਦੇ ਕਰਮਚਾਰੀ ਨੇ 7 DA ਦੀਆਂ ਕਿਸ਼ਤਾਂ ਪੈਂਡਿੰਗ ਨੇ, 6ਵਾਂ ਤਨਖਾਹ ਕਮਿਸ਼ਨ ਅਜੇ ਲਾਗੂ ਨਹੀਂ ਹੋਇਆ, ਨਾ ਹੋਣ ਦੀ ਉਮੀਦ ਹੈ, ਜਦੋਂ ਕਿ ਹਿੰਦੁਸਤਾਨ ਦੇ ਬਹੁਤ ਸਾਰੇ ਸੂਬਿਆਂ ਨੇ ਉਹ ਲਾਗੂ ਕਰ ਦਿੱਤਾ। ਇਸੇ ਕਰਕੇ ਬੇਰੁਜ਼ਗਾਰੀ ਚਰਨ ਸੀਮਾ ਤੇ ਹੈ। ਇਸੇ ਕਰਕੇ ਜਿਹੜਾ ਪਿਛਲੇ 1.5 ਦਹਾਕੇ 'ਚ 2 ਲੱਖ ਸਰਕਾਰੀ ਕਰਮਚਾਰੀ ਘਟ ਚੁੱਕੇ ਨੇ ਤੇ ਇਹ ਕਹਿੰਦੇ ਅਸੀਂ ਰੁਜ਼ਗਾਰ ਪੈਦਾ ਕਰ ਰਹੇ ਹਾਂ। ਕਿੱਧਰ ਦਾ ਰੁਜ਼ਗਾਰ ਪੈਦਾ ਕਰ ਰਹੇ? ਖੇਤੀ 'ਚ ਰੁਜ਼ਗਾਰ ਘਟ ਰਿਹਾ, ਗੈਰ ਖੇਤੀ ਖੇਤਰ 'ਚ ਰੁਜ਼ਗਾਰ ਪੈਦਾ ਨਹੀਂ ਹੋ ਰਿਹਾ, ਤੇ ਉਹ ਰੁਜ਼ਗਾਰ ਅਸਮਾਨ ਤੇ ਪੈਦਾ ਕਰ ਰਹੇ ਨੇ ਜਾਂ ਪਤਾਲ 'ਚ ਕਰ ਰਹੇ ਨੇ। ਘਰ ਘਰ ਰੁਜ਼ਗਾਰ। ਜਿਨ੍ਹਾਂ ਨੌਜਵਾਨਾਂ ਨੇ ਕਰਜ਼ਾ ਲੈ ਕੇ ਆਪਣਾ ਕੋਈ ਮਾੜਾ ਮੋਟਾ ਕਾਰੋਬਾਰ ਕੀਤਾ, ਮੈਂ ਉਹਨਾਂ ਨੂੰ ਆਪਣੇ ਖਾਤੇ 'ਚ ਪਾ ਲਿਆ ਵੀ ਅਸੀਂ ਰੁਜ਼ਗਾਰ ਦਿੱਤਾ। ਜਿਹੜੀਆਂ ਯੂਨੀਵਰਸਿਟੀਆਂ ਕਾਲਜਾਂ ਵੱਲ ਪਲੇਸਮੈਂਟਸ ਹੁੰਦੀਆਂ ਨੌਕਰੀਆਂ ਲਈ, ਉਹ ਵੀ ਆਪਣੇ ਖਾਤੇ 'ਚ ਪਾ ਲਈਆਂ। ਉਹ ਤਾਂ ਉੱਦਾਂ ਵੀ ਹੋਣੀਆਂ ਸੀ, ਸਰਕਾਰ ਨਾ ਹੁੰਦੀ ਤਾਂ ਵੀ ਹੋ ਜਾਣੀਆਂ ਸੀ। ਸੋ ਬਿਲਕੁਲ ਬਲਾਫ ਹੈ। ਤੇ ਸਭ ਤੋਂ ਜਿਹੜੀ ਮਾੜੀ ਗੱਲ ਹੈ ਕਿ ਸਾਡੇ ਨੌਜਵਾਨ ਨੂੰ ਜਿਹੜਾ ਗੌਰਮੈਂਟ ਦੀ ਨੌਕਰੀ 'ਚ ਵੀ ਆਉਂਦਾ, ਉਹਨੂੰ ਤਨਖਾਹ ਕਿੰਨੀ ਦਿੱਤੀ ਜਾਂਦੀ? ਬੇਸਿਕ ਪੇ। ਔਰ ਬੇਸਿਕ ਪੇ ਜਿਹੜੀ ਉਹ ਅੱਜ ਤਨਖਾਹ ਬਣਨੀ ਚਾਹੀਦੀ ਹੈ, ਉਹਦਾ 4ਥਾ ਹਿੱਸਾ ਹੈ। ਸੋ ਇਸੇ ਕਰਕੇ ਤੁਹਾਡਾ ਨੌਜਵਾਨ ਪੰਜਾਬ ਤੋਂ ਬਾਹਰ ਪ੍ਰਵਾਸ ਕਰ ਰਿਹਾ, ਦੂਜੇ ਦੇਸ਼ਾਂ 'ਚ ਜਾ ਰਿਹਾ ਔਰ ਕਾਲਜਾਂ ਨੂੰ ਸਟੂਡੈਂਟ ਨਹੀਂ ਮਿਲ ਰਹੇ। ਔਰ ਇਸੇ ਕਰਕੇ ਜਿਹੜੀ ਬੇਰੁਜ਼ਗਾਰੀ ਹੈ,
ਸਰਕਾਰ ਦੇ ਆਪਣੇ ਅੰਕੜੇ ਕਹਿ ਰਹੇ ਨੇ ਕਿ 14 ਲੱਖ ਸਾਡਾ ਯੂਥ ਬੇਰੁਜ਼ਗਾਰ ਹੈ। ਮੈਂ 4 ਸਾਲ ਪਹਿਲਾਂ ਆਪਣੇ ਲੈਵਲ ਤੇ ਕੁਝ ਅੰਕੜੇ ਐਸਟੀਮੇਟ ਜਨਰੇਟ ਕੀਤੇ, 22 ਲੱਖ ਤੋਂ ਉੱਪਰ ਬੇਰੁਜ਼ਗਾਰ ਨੇ ਔਰ ਪੰਜਾਬ ਦੇ ਵਿੱਚ 98 ਲੱਖ ਜਾਂ 1 ਕਰੋੜ ਜਿਹੜਾ ਹੈ ਉਹ ਵਰਕਰਾਂ ਦੀ ਗਿਣਤੀ ਹੈ, ਪਰ ਉਹਨਾਂ ਵਿੱਚੋਂ ਚੌਥਾ ਹਿੱਸਾ ਬੇਰੁਜ਼ਗਾਰ ਨੇ। ਤੇ ਬਜਾਏ ਇਸ ਦੇ ਕਿ ਇਹ ਬੇਰੁਜ਼ਗਾਰੀ ਠੀਕ ਕੀਤੀ ਜਾਵੇ, ਬੇਰੁਜ਼ਗਾਰ ਕੀਤਾ ਜਾਵੇ, ਇੱਕ ਥੋੜ੍ਹਾ ਜਿਹਾ ਜਿਵੇਂ ਨਾ ਰੋਟੀ 'ਚੋਂ ਇੱਕ ਚੱਪਾ ਬੁਰਕੀ ਜਿਹੜੀ ਹੈ ਉਹ 2.25 ਕਰੋੜ ਲੋਕਾਂ ਨੂੰ ਪਾ ਕੇ ਤੇ ਬਾਕੀ ਰੋਟੀ ਆਪ ਹਜਮ ਕਰ ਜਾਓ। ਹੁਣੇ ਬਿਜਲੀ ਦੀ ਗੱਲ ਚੱਲੇ ਸੀ, ਤੁਸੀਂ ਆਪ ਦੇਖੋ, ਮੈਂ ਨਾ ਤਾਂ ਬਿਜਲੀ ਫ੍ਰੀ ਦੇ ਉਲਟ ਹੈ, ਨਾ ਕਿਸੇ ਸਬਸਿਡੀ ਦੇ ਉਲਟ ਹੈ, ਨਾ ਕਿਸੇ ਨੂੰ ਮੁਫਤ ਕੋਈ ਚੀਜ਼ ਦੇਣ ਦੇ ਉਲਟ ਹੈ, ਪਰ ਮੈਂ ਕਹਿੰਦਾ ਕਿ ਉਹਨੂੰ ਦਿਓ ਜਿਹੜਾ ਡਿਜ਼ਰਵ ਕਰਦਾ ਹੈ ਤੇ ਨਾਲ ਸਰਕਾਰੀ ਖਜ਼ਾਨੇ ਦੀ ਹਾਲਤ ਦੇਖ ਕੇ ਦਿਓ। ਮੈਂ 2 ਗੱਲਾਂ ਸਿਰਫ ਤੁਹਾਡੇ ਨਾਲ ਇਸ ਸੰਦਰਭ 'ਚ ਗੱਲ ਕਰਕੇ ਅੱਗੇ ਚੱਲਾਂਗਾ। ਦੋਸਤੋ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੇ ਵਿੱਚੋਂ ਬਹੁਤਿਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਹੋਣਗੇ। ਪਿੰਡਾਂ 'ਚ ਵੀ ਥਾਂ ਪ੍ਰਾਈਵੇਟ ਸਕੂਲ ਪਹੁੰਚ ਗਏ ਨੇ। ਜੇ ਉਹ ਪ੍ਰਾਈਵੇਟ ਫੀਸਾਂ ਦੇ ਪ੍ਰਾਈਵੇਟ ਸਕੂਲਾਂ ਦੇ ਫੀਸ ਗਣੀਏ ਤਾਂ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਪਿੰਡਾਂ 'ਚ ਵੀ ਮਹੀਨੇ ਦੀ ਫੀਸ ਹੈ। ਤੇ ਤੁਹਾਡਾ ਸਕੂਲ ਬਿਜਲੀ ਦੀ ਇੱਕ ਮੋਟਰ ਜਾਂ ਕੁਝ ਮੋਟਰਾਂ ਦਾ ਬਿੱਲ ਮਾਫ ਕਰਕੇ ਤੁਹਾਡੇ ਬੱਚਿਆਂ ਦੇ ਫੀਸ ਤੁਹਾਨੂੰ ਮਜਬੂਰ ਕਰ ਦਿੱਤਾ ਪ੍ਰਾਈਵੇਟ ਸਕੂਲਾਂ 'ਚ ਭੇਜਣ ਲਈ। ਬਿੱਲ 500-700 ਰੁਪਇਆ ਮਾਫ ਕੀਤਾ ਹੋਊ ਤੇ ਖਰਚਾ ਵਧਾ ਦਿੱਤਾ ਤੁਹਾਡਾ 5000 ਮਹੀਨੇ ਦਾ। ਇਸੇ ਤਰ੍ਹਾਂ ਅੱਜ ਪਿੰਡ ਦਾ ਕੋਈ ਸਰਕਾਰੀ ਸਕੂਲ ਥੋੜ੍ਹੇ ਜਿਹੇ ਨੂੰ ਛੱਡ ਕੇ ਕੰਮ ਨਹੀਂ ਕਰ ਰਿਹਾ ਪ੍ਰੋਪਰ ਜਿਹੜਾ। ਜੇ ਤੁਹਾਨੂੰ ਐਜੂਕੇਸ਼ਨ ਪਿੰਡ ਦੇ ਸਰਕਾਰੀ ਸਕੂਲ 'ਚ ਜਾਂ ਸਰਕਾਰੀ ਕਾਲਜ ਜਾਂ ਏਡਡ ਕਾਲਜ 'ਚ ਠੀਕ ਮੁੱਲ ਤੇ ਵਧੀਆ ਐਜੂਕੇਸ਼ਨ ਮਿਲ ਸਕੇ ਤਾਂ ਤੁਸੀਂ ਕਿਉਂ ਪ੍ਰਾਈਵੇਟ ਸਕੂਲਾਂ ਤੋਂ, ਕਿਉਂ ਪ੍ਰਾਈਵੇਟ ਕਾਲਜਾਂ ਤੋਂ, ਕਿਉਂ ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਛਿੱਲ ਲਵਾਓਗੇ? ਕੋਈ ਬੰਦਾ ਨਹੀਂ ਚਾਹੁੰਦਾ। ਦੂਸਰਾ, ਪਿੰਡ ਦਾ ਹਸਪਤਾਲ ਬਿਲਕੁਲ ਮਰ ਚੁੱਕਿਆ ਹੈ, ਪਰ ਦੂਜੇ ਪਾਸੇ ਜਿਹੜੇ ਸਰਕਾਰੀ ਹਸਪਤਾਲਾਂ ਤੋਂ ਬਿਨਾਂ ਪ੍ਰਾਈਵੇਟ ਹਸਪਤਾਲ ਉਹ ਦਿਨ ਦੁਗਣੀ ਰਾਤ ਚੌਗਣੀ ਉੱਨਤੀ ਕਰ ਰਹੇ ਨੇ। ਤੇ ਇੱਕ ਵਾਰੀ ਤੁਸੀਂ ਦਾਖਲ ਹੋ ਗਏ ਉੱਥੋਂ ਜਾਂ ਦਵਾਈ ਲੈਣ ਚਲ ਗਏ ਤਾਂ ਕੱਪੜੇ ਲਵਾ ਕੇ ਆਓਗੇ। ਸੋ ਦੋਸਤੋ, ਆਪਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਪੰਜਾਬ ਦੀ ਸ਼ਕਤੀ ਕੀ ਹੈ। ਪੰਜਾਬ ਦੀ ਸ਼ਕਤੀ ਇਹ ਹੈ, ਇੱਕ ਤਾਂ ਇੱਥੋਂ ਦਾ ਮਿਹਨਤੀ ਜਨਸੰਖਿਆ, ਜਿਹਨੂੰ ਅਸੀਂ ਕਹਿੰਦੇ ਹਾਂ ਹਿਊਮਨ ਕੈਪੀਟਲ, ਮਨੁੱਖੀ ਸਰੋਤ, ਮਨੁੱਖੀ ਸ਼ਕਤੀ, ਉਹ ਹੈ। ਦੂਜਾ ਖੇਤੀ ਹੈ। ਤੀਜਾ ਤੁਹਾਡਾ ਧਰਤੀ ਹੇਠਲਾ ਪਾਣੀ ਹੈ। ਚੌਥਾ ਛੋਟੇ ਉਦਯੋਗ ਨੇ। ਛੋਟੇ ਉਦਯੋਗ ਜਿਹੜੇ ਨੇ ਪੰਜਾਬ ਦੇ ਵਿੱਚ 14,65,000 ਨੇ ਔਰ ਉਹ 30 ਲੱਖ ਰੁਜ਼ਗਾਰ ਦੇ ਰਹੇ ਨੇ। ਅਸੀਂ ਕੁਝ ਸਾਲ ਪਹਿਲਾਂ ਲੁਧਿਆਣੇ ਦੇ ਜਿਹੜੇ ਉਦਯੋਗਪਤੀ ਜਾਂ ਹੋਰ ਛੋਟੇ ਉਹਨਾਂ ਦੀ ਐਸੋਸੀਏਸ਼ਨਾਂ ਨੂੰ ਮਿਲੇ ਤਾਂ ਇਹ ਜਿਹੜੇ ਛੋਟੇ ਉਦਯੋਗ ਜਿਹਦੇ 'ਚ 2, 3, 4 ਬੰਦੇ ਕੰਮ ਕਰ ਰਹੇ ਨੇ, ਉਹਨਾਂ ਨੂੰ ਬੈਂਕਾਂ ਕਰਜ਼ਾ ਨਹੀਂ ਦੇ ਰਹੀਆਂ, ਉਹ ਆਪਣੇ ਸਕਿੱਲ ਉन्नत ਨਹੀਂ ਕਰ ਪਾ ਰਹੇ ਤੇ ਸਰਕਾਰ ਉਹਦੇ 'ਚ ਕੋਈ ਮਦਦ ਨਹੀਂ ਕਰ ਰਹੀ। ਔਰ ਇਹ ਜਿਹੜੇ 14,65,000 ਇਹਨਾਂ 'ਚੋਂ 2.5 ਲੱਖ ਰਜਿਸਟਰਡ ਹੈ, ਬਾਕੀ ਅਨਰਜਿਸਟਰਡ ਹੈ। ਸੋ ਅੱਜ ਸਾਨੂੰ ਚਾਹੀਦਾ ਕੀ ਹੈ ਕਿ ਅਸੀਂ ਆਪਣੀ ਐਜੂਕੇਸ਼ਨ ਠੀਕ ਕਰੀਏ, ਅਸੀਂ ਹੈਲਥ ਠੀਕ ਕਰੀਏ, ਨੌਜਵਾਨਾਂ ਨੂੰ ਸਕਿੱਲ ਹੁਨਰ ਦਈਏ ਤੇ ਇਹ ਜਿਹੜੇ ਰੁਜ਼ਗਾਰ ਪੈਦਾ ਕਰਨ ਵਾਲੇ ਖੇਤਰ ਨੇ
खेती ਤੇ ਛੋਟਾ ਉਦਯੋਗ ਮਾਧਿਅਮ ਉਦਯੋਗ ਉਹਨੂੰ ਉਹਦੀ ਬਾਂਹ ਫੜ ਕੇ ਅਸੀਂ ਰੁਜ਼ਗਾਰ ਪੈਦਾ ਕਰੀਏ। ਇਹ ਵੀ ਠੀਕ ਹੈ ਕਿ ਸਾਰਿਆਂ ਨੂੰ ਨੌਕਰੀ ਗੌਰਮੈਂਟ 'ਚ ਨਹੀਂ ਮਿਲ ਸਕਦੀ, ਪਰ ਗੌਰਮੈਂਟ ਮਾਡਲ ਕੀ ਦੇ ਰਹੀ ਹੈ? ਗੌਰਮੈਂਟ ਆਪ ਬੇਸਿਕ ਪੇ 'ਤੇ ਰੁਜ਼ਗਾਰ ਦੇ ਰਹੀ ਹੈ। ਸਕੂਲਾਂ 'ਚ 7-8 ਕਿਸਮ ਦੇ ਟੀਚਰ ਨੇ। ਸੋਸਾਇਟੀ ਦਾ ਹਰ ਵਰਗ ਅੱਜ ਨਹੀਂ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੰਘਰਸ਼ ਵਿੱਚ ਹੈ, ਔਰ ਉਹ ਵਰਗ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਇਕੱਲੇ ਸੰਘਰਸ਼ ਕਰ ਰਹੇ ਨੇ, ਤੇ ਇਸੇ ਕਰਕੇ ਸਰਕਾਰ ਦੇ ਕੰਨਾਂ ਤੇ ਯੂੰ ਨਹੀਂ ਸਰਕ ਰਹੀ, ਕਿਉਂਕਿ ਉਹਨਾਂ ਨੂੰ ਪਤਾ ਕੀ ਕਰ ਲੈਣਗੇ, ਟੈਂਕੀ ਤੇ ਚੜ ਜਾਣਗੇ, ਇੱਕ ਦੋ ਮਰ ਜਾਣਗੇ, ਹੋਰ ਕੀ ਕਰ ਲੈਣਗੇ, ਮੁਜ਼ਾਹਰਾ ਉਹ ਕਰ ਨਹੀਂ ਦਿੰਦੇ, ਸੜਕਾਂ 'ਤੇ ਬੈਠੇ ਰਹੋ। ਇਸੇ ਕਰਕੇ ਲੋਕ ਅਧਿਕਾਰ ਲਹਿਰ ਤੇ ਇਹਦੇ ਨਾਲ ਵੱਲੋਂ ਠੀਕ ਕਿਸਮ ਦੇ ਨੁਮਾਇੰਦੇ ਚੁਣਨ ਦੀ ਜਿਹੜੀ ਹੈ ਉਹ ਅੱਜ ਇਹ ਜਿਹੜੇ ਨੌਜਵਾਨ 2-3 ਸਾਲਾਂ ਤੋਂ ਕੰਮ ਕਰ ਰਹੇ ਨੇ, ਕਈ ਸਾਲਾਂ ਤੋਂ, ਔਰ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ, ਇਸੇ ਕਰਕੇ ਉਹਨਾਂ ਦੀ ਲੋੜ ਹੈ। ਇਹ ਚੁਆਇਸ ਨਹੀਂ ਹੈ, ਇਹ ਲੋੜ ਹੈ। ਤੇ ਜੇ ਅੱਜ ਨਾ ਹੋਇਆ ਤਾਂ ਸਾਰੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ 2014 ਆਪ ਆਈ, ਕੁਝ ਆਸ ਬੱਝੀ, 17 'ਚ ਫਿਰ ਆਸ ਬੱਝੀ, ਪਰ ਜੋ ਕੁਛ ਮੇਰੇ ਤੋਂ ਪਹਿਲੇ ਬੁਲਾਰੇ ਜਾਂ ਜੋ ਕੁਛ ਤੁਹਾਨੂੰ ਪਤਾ ਹੈ, ਜੋ ਆਪ ਨੇ ਗੁੱਲ ਖੜਾਏ ਔਰ ਜੋ ਪੰਜਾਬ ਦਾ ਉਹ ਤੈਸ਼ ਨੈਸ਼ ਕਰਨਾ ਚਾਹੁੰਦੇ ਨੇ, ਜੋ ਕੁਝ ਉਹ ਵਾਅਦੇ ਕਰ ਰਹੇ ਨੇ, ਉਹ ਵਾਅਦੇ ਕਾਂਗਰਸ ਤੋਂ ਵੱਖਰੇ ਨਹੀਂ, ਉਹ ਵਾਅਦੇ ਬੀਜੇਪੀ ਤੋਂ ਵੱਖਰੇ ਨਹੀਂ, ਉਹ ਵਾਅਦੇ ਅਕਾਲੀਆਂ ਤੋਂ ਵੱਖਰੇ ਨਹੀਂ, ਤੇ ਉਹ ਵੱਖਰਾ ਕੀ ਦੇ ਰਹੇ ਨੇ ਪੰਜਾਬ ਨੂੰ। ਸੋ ਦੋਸਤੋ, ਜੋ ਆਸ ਬੱਝੀ ਸੀ ਉਹ ਖਤਮ ਹੋ ਗਈ ਹੈ, ਤੇ ਅੱਜ ਨਾ ਕੇਵਲ ਪੰਜਾਬ 'ਚੋਂ ਉਹਨਾਂ ਦੇ ਪ੍ਰਤੀ ਮੋਹ ਭੰਗ ਹੋਇਆ ਜਾਂ ਘੱਟ ਹੋਇਆ, ਬਾਹਰ ਬੈਠੇ ਪੰਜਾਬੀਆਂ ਦਾ ਮੋਹ ਵੀ ਬਹੁਤ ਹੱਦ ਤੱਕ ਭੰਗ ਹੋ ਗਿਆ, ਕਿਉਂਕਿ ਪੰਜਾਬ ਅਣਖੀ, ਪੰਜਾਬ ਦੇ ਜਿਹੜੇ ਵਸਿੰਦੇ ਨੇ ਅਣਖ ਵਾਲੇ ਨੇ, ਸੈਲਫ ਰਿਸਪੈਕਟ ਵਾਲੇ ਨੇ, ਤੇ ਜੇ ਕਿਸੇ ਬੰਦੇ ਦੀ ਅਣਖ ਮਾਰ ਦਿੱਤੀ ਜਾਵੇ, ਸੈਲਫ ਰਿਸਪੈਕਟ ਮਾਰ ਦਿੱਤੀ ਜਾਵੇ, ਤਾਂ ਉਹ ਸਪਾਈਨਲੈਸ ਹੋ ਜਾਂਦਾ ਬੰਦਾ, ਜਿਹਦੇ ਰੀੜ੍ਹ ਦੀ ਹੱਡੀ ਨਹੀਂ ਹੁੰਦੀ। ਤੇ ਇਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਕਿ ਪੰਜਾਬ ਦੇ ਰੀੜ੍ਹ ਦੀ ਹੱਡੀ ਕਾਇਮ ਆ, ਤੇ ਉਹਨੂੰ ਕੋਈ ਦੁਨੀਆ ਦੀ ਤਾਕਤ ਤੋੜ ਨਹੀਂ ਸਕਦੀ। ਇਹ ਪੰਜਾਬ ਜੇ ਇੱਕ ਵੱਖਰਾ ਮਾਡਲ ਦੇ ਸਕਦਾ ਹੈ। ਪੰਜਾਬ ਜੇ 2014 'ਚ ਹਿੰਦੁਸਤਾਨ ਦੇ ਕਿਸੇ ਸੂਬੇ 'ਚ ਆਪ ਦੀ ਕੋਈ ਜੜ ਨਹੀਂ ਲੱਗੀ, ਤਾਂ ਪੰਜਾਬ ਨੇ ਆਪ ਦੀ ਬਾਂਹ ਫੜੀ। 17 'ਚ ਵੀ 20-22 MLA ਦਿੱਤੇ, ਬਾਵਜੂਦ ਉਹਨਾਂ ਦੀਆਂ ਗਲਤੀਆਂ ਦੇ। ਤੇ ਪੰਜਾਬ ਜਿਹੜਾ ਜੇ ਬਣਾ ਸਕਦਾ ਤੇ ਤੁਹਾਨੂੰ ਉਖਾੜ ਵੀ ਸਕਦਾ ਹੈ। ਤੇ ਅੱਜ ਇਹ ਜਿਹੜਾ ਇਕੱਠ ਹੈ, ਇਹ ਇਹਨਾਂ ਨੂੰ ਸਾਰਿਆਂ ਨੂੰ ਉਖਾੜੇਗਾ, ਔਰ ਪੰਜਾਬ 'ਚ ਇੱਕ ਨਵਾਂ ਕਿਸਮ ਦਾ ਜਿਹੜਾ ਹੈ ਉਹ ਸਿਸਟਮ ਦੇ ਲੋਕ ਅਧਿਕਾਰ ਲਹਿਰ ਕੋਈ ਪੋਲੀਟੀਕਲ ਪਾਰਟੀ ਦਾ ਬਦਲ ਨਹੀਂ ਦੇਣ ਜਾ ਰਹੀ। ਲੋਕ ਅਧਿਕਾਰ ਲਹਿਰ ਪੋਲੀਟੀਕਲ ਸਿਸਟਮ ਦਾ ਬਦਲ ਦੇਣ ਜਾ ਰਹੀ ਹੈ, ਜਿਹਦੇ ਵਿੱਚ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਪਹਿਲਾਂ ਕੀਤੀਆਂ ਨੇ, ਰੁਜ਼ਗਾਰ ਪੈਦਾ ਹੋਵੇ, ਅਣਖ ਨਾਲ ਲੋਕ ਜੀ ਸਕਣ, ਪੰਜਾਬ ਦਾ ਵਿਕਾਸ ਹੋਵੇ, ਤੇ ਪੰਜਾਬ ਮੁੜ ਆਪਣੇ ਬੁਲੰਦੀਆਂ ਤੇ ਜਿਹੜਾ ਪਹੁੰਚ ਸਕੇ। ਇਸ ਤੋਂ ਇਲਾਵਾ ਦੋਸਤੋ, ਕਈ ਵਾਰੀ ਮੈਂ ਕੁਝ ਗੱਲਾਂ ਕਰ ਚੁੱਕਿਆ ਕਿ ਕੀਤਾ ਕੀ ਜਾਵੇ। ਕਈ ਸਵਾਲ ਪੁੱਛਦੇ ਨੇ ਕੀਤਾ ਕੀ ਜਾਵੇ। ਕੀਤਾ ਜਵਾਬ ਇਹ ਹੋ ਸਕਦਾ ਕਿ ਜੋ ਕੁਝ ਹਾਲਾਤ ਨੇ, ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਜੋ ਹਾਲਾਤ ਨੇ, ਉਹਨਾਂ ਨੂੰ ਘੋਖੋ, ਵਿਚਾਰੋ, ਸਮਝੋ, ਸਮਝਾਓ ਤੇ ਆਪਣੀ ਸਮਝ ਬਣਾਓ। ਕਿਸੇ ਦੀ ਸਮਝ 'ਤੇ ਨਾ ਵਿਸ਼ਵਾਸ ਕਰੋ। ਇਹ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਇਹ ਕੀ ਕਰਦੀਆਂ ਨੇ, ਤੁਹਾਡੇ ਨਾਲ ਹੁਣ ਵਾਅਦੇ ਕਰਨਗੇ, 5 ਸਾਲਾਂ 4.5 ਸਾਲ ਤੁਹਾਡੀ ਬਾਤ ਨਹੀਂ ਪੁੱਛਣਗੇ, 6 ਮਹੀਨੇ ਆਪਣੇ ਬਾਅਦ ਰਹਿੰਦੇ ਆ ਤੁਹਾਡੇ ਚਰਨਾਂ ਜਾਣਗੇ, ਤੁਹਾਨੂੰ ਹਰ ਫ੍ਰੀ ਸ਼ਿਪ ਦੇਣਗੇ, ਤੁਹਾਨੂੰ ਹਰ ਸਹੂਲਤ ਦਾ ਵਾਅਦਾ ਕਰਨਗੇ, ਪਰ ਕਰਦੇ ਕੀ ਹੈ? ਇਹ ਇੱਕ ਕਿਸਮ ਦੀ ਬਰਾਈਬ ਹੈ ਤਾਂ ਕਿ ਤੁਸੀਂ ਮੁੜ ਉਹਨਾਂ ਨੂੰ ਗੱਦੀ 'ਤੇ ਬਿਠਾ ਸਕੋ। ਸੋ ਇਹ ਸਮਝ ਕੇ ਇਹ ਲੜਾਈ ਨੂੰ ਆਪਣੀ ਲੜਾਈ ਸਮਝੋ। ਤੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਦੀ ਲੜਾਈ ਕੋਈ ਨਹੀਂ ਲੜਦਾ,
ਤੁਹਾਨੂੰ ਆਪਣੀ ਲੜਾਈ, ਤੁਹਾਨੂੰ ਮੀਨਸ ਆਪਾਂ ਨੂੰ ਆਪਣੀ ਲੜਾਈ ਆਪ ਲੜਨੀ ਪਏਗੀ। ਤੇ ਜੇ ਅਸੀਂ ਆਪਣੀ ਲੜਾਈ ਆਪ ਨਹੀਂ ਲੜਾਂਗੇ ਤਾਂ ਪੰਜਾਬ ਦਾ ਕੁਝ ਨਹੀਂ ਬਣਨਾ। ਅੰਗਰੇਜ਼ਾਂ ਦੀ ਤਰ੍ਹਾਂ, ਅੰਗਰੇਜ਼ ਤਾਂ ਜੇ ਘੱਟ ਪੜ੍ਹੋ ਤੇ ਰਾਜਨੀਤੀ ਕਰ ਰਹੇ ਸੀ, ਇਹ ਤਾਂ ਹਰ ਹਰਬਾ ਵਰਤ ਰਹੇ ਨੇ ਪੜ੍ਹਨ ਦਾ। ਜਾਤ ਪਾਤ, ਧਰਮ, ਬੋਲੀ, ਜਾਤਾਂ ਦੇ ਵਿੱਚ ਅੱਗੇ ਜਾਤਾਂ, ਹਰ ਵਰਗ ਨੂੰ ਪੜ੍ਹਨ ਦਾ ਇਹਨਾਂ ਦਾ ਠੇਕਾ ਇਹਨਾਂ ਨੇ ਲੈ ਰੱਖਿਆ। ਤੇ ਇਸੇ ਕਰਕੇ ਹੀ ਜਿਹੜਾ ਅਜੇ ਤੱਕ ਕੋਈ ਬਦਲ ਜਿਹੜਾ ਉਹ ਨਹੀਂ ਮਿਲ ਸਕਿਆ। ਆਮ ਇਹ ਕਿਹਾ ਜਾਂਦਾ ਕਿ ਰੋਏ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ, ਪਰ ਅੱਜ ਪੰਜਾਬ ਦਾ ਹਰ ਤਬਕਾ ਰੋ ਰੋ ਕੇ ਸਰਕਾਰ ਰੂਪੀ ਮਾਂ ਨੂੰ ਆਪਣੇ ਦੁੱਖੜੇ ਸੁਣਾ ਰਿਹਾ। ਪਰ ਮਾਂ ਇੰਨੀ ਨਿਰਭੋਈ ਤੇ ਬੇਕਿਰਕ ਹੋ ਗਈ ਹੈ ਕਿ ਬੱਚਿਆਂ ਦੀ ਕੋਈ ਪੁਕਾਰ ਨਹੀਂ ਸੁਣ ਰਹੀ, ਟਸ ਤੋਂ ਮਸ ਨਹੀਂ ਹੋ ਰਹੀ। ਲੋਕਾਂ ਦਾ ਔਰ ਸਰਕਾਰ ਦਾ ਚੁਣੇ ਹੋਏ ਨੁਮਾਇੰਦਿਆਂ ਦਾ ਇੱਕ ਵਾਅਦਾ ਹੁੰਦਾ ਹੈ, ਇੱਕ ਐਗਰੀਮੈਂਟ ਹੁੰਦਾ ਹੈ, ਇੱਕ ਕੰਟਰੈਕਟ ਹੁੰਦਾ ਹੈ ਕਿ ਤੁਸੀਂ ਸਾਨੂੰ ਵੋਟਾਂ ਪਾ ਕੇ ਸਾਡੀ ਸਰਕਾਰ ਬਣਾਓ, ਅਸੀਂ ਤੁਹਾਡੇ ਹਿੱਤਾਂ 'ਚ ਭੁਗਤਾਂਗੇ। ਮੈਨੂੰ ਦੱਸੋ, ਇੱਕ ਕਈ ਦਹਾਕੇ ਬੀਤ ਗਏ ਆ ਸਰਕਾਰਾਂ ਨੂੰ ਲੋਕਾਂ ਦੇ ਹੱਕ 'ਚ ਭੁਗਤਦਿਆਂ, ਤੇ ਸਰਕਾਰਾਂ ਕਿਹਦੇ ਹੱਕ 'ਚ ਭੁਗਤ ਰਹੀਆਂ ਨੇ ਇਹ ਤੁਹਾਨੂੰ ਸਭ ਨੂੰ ਪਤਾ ਹੈ। ਮਨੀ ਸ਼ੰਕਰ ਆਇਰ ਜਿਹੜਾ UPA 1 ਵੇਲੇ ਮਿਨਿਸਟਰ ਸੀਗਾ, ਉਹਨੇ ਪਾਰਲੀਮੈਂਟ ਦੇ ਫਲੋਰ ਤੇ ਗੱਲ ਕਹੀ ਸੀ 2000 ਜਿਹੜਾ ਪਹਿਲੇ UPA 1 ਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤੇ ਲੋਕ ਵੋਟਾਂ ਪਾਉਂਦੇ ਨੇ ਕਿ ਸਾਡੇ ਹੱਕਾਂ ਦੀ ਕੋਈ ਸਰਕਾਰ ਬਣੇਗੀ। ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਪਾਲਿਸੀਆਂ ਕੀ ਬਣਨਗੇ, ਰੂਲ ਕੀ ਹੋਣਗੇ, ਉਹ ਕੰਪਨੀਆਂ ਤੈਅ ਕਰਦੀਆਂ ਨੇ। ਤੇ ਅੱਜ ਉਹਦਾ ਪ੍ਰਤੱਖ ਜਿਹੜਾ ਸਿਰੇ ਦਾ ਪ੍ਰਤੱਖ ਹੈ ਨੰਗੇ ਚਿੱਟੇ ਰੂਪ 'ਚ ਕਿਸਾਨੀ ਕਾਨੂੰਨ ਨੇ। ਇਹ 3 ਕਾਨੂੰਨ ਤੇ ਕਿਸਾਨਾਂ ਦੇ ਲੰਬੇ ਘੋਲ ਤੋਂ ਬਾਅਦ ਸਰਕਾਰ ਦਾ ਟਸ ਤੋਂ ਮਸ ਨਾ ਹੋਣਾ ਇਹ ਗੱਲ ਦਾ ਸਬੂਤ ਹੈ ਕਿ ਵੋਟਾਂ ਲੈਣ ਤੋਂ ਬਾਅਦ, ਸਰਕਾਰ ਬਣਨ ਤੋਂ ਬਾਅਦ ਕੰਪਨੀਆਂ ਦੇ ਹੱਕ 'ਚ ਸਰਕਾਰਾਂ ਭੁਗਤਦੀਆਂ ਨੇ, ਕਿਉਂਕਿ ਕੰਪਨੀਆਂ ਉਹਨਾਂ ਨੂੰ ਫੰਡਿੰਗ ਕਰਦੀਆਂ ਨੇ। ਇਸੇ ਲਈ ਲੋਕ ਅਧਿਕਾਰ ਲਹਿਰ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਕੈਂਡੀਡੇਟ ਆਏਗਾ ਉਹਦਾ ਕੋਈ ਪੈਸਾ ਨਹੀਂ ਖਰਚਾਇਆ ਜਾਏਗਾ, ਨਾ ਹੀ ਉਹਨੂੰ ਪੈਸਾ ਕਿਸੇ ਤੋਂ ਲੈਣ ਦਿੱਤਾ ਜਾਏਗਾ। ਲੋਕ ਪੈਸੇ ਖਰਚਣਗੇ, ਲੋਕ ਹੀ ਉਹਦੀ ਜਿਹੜੀ ਇਲੈਕਸ਼ਨ ਲੜਨਗੇ। ਤੇ ਮੈਨੂੰ ਦੱਸੋ ਭਾਈ, ਜੇ ਇਹੋ ਜਿਹਾ ਕੁਝ ਹੋ ਜੇ ਤਾਂ ਫਿਰ ਤੁਹਾਨੂੰ ਕੈਂਡੀਡੇਟ ਦੇ ਤੌਰ ਤੇ ਕੀ ਫਿਕਰ ਹੈ? ਤੁਸੀਂ ਜਿੱਤ ਕੇ MLA ਮਿਨਿਸਟਰ ਬਣ ਕੇ ਕਿਉਂ ਪੈਸੇ ਕਮਾਓਗੇ? ਤੁਹਾਡੀ ਕੋਈ ਮਜਬੂਰੀ ਨਹੀਂ ਹੈ। ਤੁਹਾਨੂੰ ਪਤਾ ਕਿ ਲੋਕ ਐਦਾਂ ਵੀ ਵੋਟਾਂ ਪਾ ਦਿੰਦੇ ਨੇ, ਐਦਾਂ ਵੀ ਚੁਣਦੇ ਨੇ। ਸੋ ਆਪਾਂ ਕਹਿੰਦੇ ਆ ਕਿ ਆਪਣੇ ਹੱਥੀ, ਗੁਰਬਾਣੀ 'ਚ ਵੀ ਹੈ, ਆਪਣੇ ਹੱਥੀ ਆਪਣਾ ਕਾਜ ਸਵਾਰੀਏ। ਇਹ ਸਮਝੋ ਤੇ ਜਿਹੜਾ ਉਦੇਸ਼ ਹੈ ਉਹਦੀ ਪੂਰਤੀ ਲਈ ਆਪਾਂ ਅੱਗੇ ਵਧੀਏ। ਮੈਂ ਇਹ ਭੂਮਿਕਾ ਇਸ ਲਈ ਬੰਨੀ ਹੈ ਤਾਂ ਕਿ ਜਿਹੜੇ ਮੈਂ ਅੱਗੇ ਅੰਕੜੇ ਦੇਣ ਜਾ ਰਿਹਾ, ਇੱਕ ਅਰਥ ਸ਼ਾਸਤਰ ਦੇ ਵਿਦਿਆਰਥੀ ਹੋਣ ਦੇ ਨਾਤੇ, ਕਿਉਂਕਿ ਮੈਂ ਸਿਆਸਤਦਾਨ ਨਹੀਂ ਹਾਂ, ਮੈਨੂੰ 47 ਸਾਲ ਪੜ੍ਹਾਉਂਦੇ ਨੂੰ ਹੋ ਗਏ ਆ, ਰਿਸਰਚ ਕਰਦੇ ਨੂੰ ਹੋ ਗਏ ਆ, ਤੇ ਮੈਂ ਕੋਈ ਗਲਤ ਬਿਆਨੀ ਨਹੀਂ ਕਰਨਾ ਚਾਹੁੰਦਾ, ਇੱਕ ਪੋਲੀਟੀਕਲ ਸਿੰਪਲ ਸਟੇਟਮੈਂਟ ਨਹੀਂ ਦੇਣੀ ਚਾਹੁੰਦਾ। ਤੇ ਮੈਨੂੰ ਸੀ ਕਿ ਉਹ ਅੰਕੜੇ ਸੁਣ ਲਈ ਤੁਸੀਂ ਥੋੜ੍ਹਾ ਤਿਆਰ ਹੋ ਜਾਓ। ਉਹ ਅੰਕੜੇ ਜਿਹੜੇ ਨੇ ਉਹ ਇਹ ਨੇ ਕਿ ਅੱਜ ਪੰਜਾਬ ਦੇ ਸਿਰ ਕਰਜ਼ਾ 2.73 ਲੱਖ ਕਰੋੜ ਹੈ। ਪੌਣੇ 3 ਲੱਖ ਕਰੋੜ ਪੰਜਾਬ ਦੇ ਸਿਰ ਕਰਜ਼ਾ ਹੈ, ਔਰ ਹਰ ਪੰਜਾਬੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ 92,000 ਰੁਪਏ ਦਾ ਕਰਜ਼ਾਈ ਹੈ, ਜੰਮਦਾ ਬੱਚਾ ਵੀ। ਇਹ ਅੱਜ ਹਾਲਾਤ ਹੈ। ਤੇ ਕਰਜ਼ੇ ਦੀ ਵਾਪਸੀ ਕਰਜ਼ਾ ਲੈ ਕੇ ਕੀਤੀ ਜਾ ਰਹੀ ਹੈ, ਔਰ ਝੂਠ ਬੋਲਿਆ ਜਾ ਰਿਹਾ ਕਿ ਸਾਡਾ ਤਾਂ ਪੈਸਾ ਤਨਖਾਹਾਂ ਤੇ ਪੈਨਸ਼ਨਾਂ ਤੇ ਬਹੁਤ ਚਲੇ ਜਾਂਦਾ, ਇਸ ਕਰਕੇ ਸਾਡੇ ਕੋਲ ਵਿਕਾਸ ਦੇ ਕੰਮਾਂ ਦੇ ਖਰਚਾ ਕਰਨ ਲਈ ਕੁਝ ਬਚਦਾ ਨਹੀਂ। ਉਹ ਭਲੇ ਮਾਨਸੋ, ਲੋਕਾਂ ਨੂੰ ਝੂਠ ਕਿਉਂ ਬੋਲਦੇ ਹੋ? ਲੋਕਾਂ ਨੂੰ ਦੱਸੋ ਕਿ ਜਿਹੜਾ ਤੁਸੀਂ ਹਰ ਸਾਲ 15,000 ਕਰੋੜ ਰੁਪਈਆ ਕਰਜ਼ਾ ਵਧਾਉਂਦੇ ਹੋ, ਉਹਦੀ ਕਿਸ਼ਤ ਤੇ ਵਿਆਜ ਮੋੜਨ ਲਈ 100 ਵਿੱਚੋਂ 40 ਰੁਪਏ ਤੁਹਾਡੇ ਜਿੰਨੀ ਆਮਦਨ ਉਹਦੇ ਚਲੇ ਜਾਂਦੇ ਨੇ, ਤੇ 100 ਵਿੱਚੋਂ 40 ਰੁਪਏ ਪੈਨਸ਼ਨਾਂ ਤੇ ਤਨਖਾਹਾਂ ਤੇ ਆਉਂਦੇ ਨੇ।
ਸੋ ਝੂਠ ਕਿਉਂ ਬੋਲਿਆ ਜਾ ਰਿਹਾ, ਕਿਉਂ ਲੁਕਾਇਆ ਜਾ ਰਿਹਾ? ਔਰ 2017 ਦੇ ਵਿੱਚ ਜਾਂਦੇ ਜਾਂਦੇ ਮਾਰਚ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ 31,000 ਕਰੋੜ ਦੀ ਲਾਇਬਿਲਟੀ ਪੰਜਾਬ ਦੇ ਸਿਰ ਪਾ ਗਈ, ਜਿਹਨੂੰ CCL ਕਹਿੰਦੇ ਆ। ਉਹ ਇਸ ਕਰਕੇ ਕਿ ਉਹਨਾਂ ਦੀਆਂ ਨਲਾਇਕੀਆਂ ਕਰਕੇ ਕਰਜ਼ਾ ਚੜਿਆ ਸੀ। ਹੋ ਸਕਦਾ ਹੈ ਉਹਨਾਂ ਦੇ ਬਹੁਤ ਕਲੋਜ਼ ਫੈਮਿਲੀ ਮਿਨਿਸਟਰ ਨੇ ਉਹਦੇ ਵਿੱਚੋਂ ਪੈਸਾ ਲਿਆ ਹੋਵੇ, ਇਸੇ ਲਈ ਇਹ ਸਾਰਾ ਕੁਝ ਢੱਕਣ ਵਾਸਤੇ ਇਹ ਕੁਝ ਕੀਤਾ ਗਿਆ। ਔਰ ਉਹਦੇ ਕਿਸ਼ਤ 3270 ਕਰੋੜ ਰੁਪਏ ਹਰ ਮਹੀਨੇ ਦੇਣੀ ਜਾ ਪੈ ਰਹੀ, ਇਕੱਲੇ 31,000 ਕਰੋੜ। ਔਰ ਇਹ ਜਿਹੜੀ ਕਿਸ਼ਤ ਹੈ ਇਹ ਕੋਈ 30,000 ਤੋਂ 35,000 ਕਰੋੜ ਸਾਲਾਨਾ ਜਾ ਰਹੀ ਹੈ। ਜਸਟ ਇੱਕ ਸੋਚ ਕੇ ਵੇਖੋ ਕਿ ਜੇ ਇਹ 30,000 ਕਰੋੜ ਦੇ ਬਜਾਏ 10,000 ਕਰੋੜ ਕਿਸ਼ਤ ਰਹਿ ਜੇ ਤਾਂ 20,000 ਕਰੋੜ ਰੁਪਈਆ ਪੰਜਾਬ 'ਚ ਹੋਰ ਆ ਜਾਏਗਾ ਵਿਕਾਸ ਦੇ ਕੰਮਾਂ ਤੇ ਲਾਉਣ ਲਈ, ਰੁਜ਼ਗਾਰ ਪੂਰੇ ਤਨਖਾਹ ਤੇ ਦੇਣ ਲਈ, ਰੁਜ਼ਗਾਰ ਹੋਰ ਬਣਾਉਣ ਲਈ, ਸਕੂਲਾਂ ਵਾਸਤੇ, ਕਾਲਜਾਂ ਵਾਸਤੇ, ਯੂਨੀਵਰਸਿਟੀਆਂ ਲਈ, ਜਿੱਥੇ ਮਨੁੱਖੀ ਪੂੰਜੀ ਬਣਨੀ ਉਸ ਲਈ। ਸੋ ਪਰ ਇਹ ਕੰਮ ਇਹਨਾਂ ਨੇ ਨਹੀਂ ਕਰਨਾ। ਤੇ ਇੱਕ ਅੰਕੜਾ ਮੈਂ ਹੋਰ ਦੱਸਾਂਗਾ ਕਿ 1980-81 ਵਿੱਚ 1987-88 ਤੱਕ ਪੰਜਾਬ ਦਾ ਜਿਹੜਾ ਬਜਟ ਹੈ ਉਹ ਘਾਟੇ ਵਾਲਾ ਬਜਟ ਨਹੀਂ ਸੀ। ਹਰ ਸਾਲ ਜੋ 31 ਮਾਰਚ ਨੂੰ ਲੇਖਾ ਜੋਖਾ ਹੁੰਦਾ ਉਹਦੇ ਵਿੱਚ ਵਾਧਾ ਹੀ ਦਿਖਾਇਆ ਜਾਂਦਾ ਸੀ, ਤੇ ਉਸ ਤੋਂ ਬਾਅਦ ਪੰਜਾਬ ਦਾ ਬਜਟ ਕਦੀ ਵਾਧੇ ਵਾਲਾ ਹੋਇਆ ਹੀ ਨਹੀਂ, ਕਿਉਂਕਿ ਕਾਰਨ ਮੈਂ ਤੁਹਾਨੂੰ ਦੱਸ ਚੁੱਕਿਆ। ਬਹੁਤ ਡਿਟੇਲ 'ਚ ਨਾ ਵੀ ਜਾਂਦਾ ਹੋਇਆ ਇੱਕ ਫਿਕਰ ਮੈਂ ਹੋਰ ਤੁਹਾਨੂੰ ਦੇਣੀ ਆ, 2-3 ਕਰਜ਼ੇ ਨਾਲ ਸੰਬੰਧਿਤ, ਕਿ 1980-81 ਦੇ ਵਿੱਚ 1,000 ਕਰੋੜ ਰੁਪਏ ਦਾ ਕਰਜ਼ਾ ਸੀ ਪੰਜਾਬ ਸਰਕਾਰ ਸਿਰ। 80-81 ਦੇ ਵਿੱਚ 1,000 ਕਰੋੜ ਰੁਪਏ ਦਾ ਕਰਜ਼ਾ ਸੀ। 90-91 'ਚ ਉਹ 7100 ਕਰੋੜ ਰੁਪਏ ਦਾ ਹੋ ਗਿਆ। 2001-2 ਵਿੱਚ ਉਹ 34,000 ਕਰੋੜ ਦਾ ਹੋ ਗਿਆ, ਤੇ ਅੱਜ ਉਹ ਪੌਣੇ 3 ਲੱਖ ਕਰੋੜ ਹੈ। ਦੋਸਤੋ, ਇਹ ਹੈ ਜਿਹੜੀ ਪੌੜੇ ਦੀ ਜੜ। ਇਸੇ ਕਰਕੇ ਤੁਹਾਨੂੰ ਤੁਹਾਡੀਆਂ ਵੋਟਾਂ ਕੁਝ ਸਬਸਿਡੀਆਂ ਦੇ ਕੇ, ਕੁਝ ਫ੍ਰੀ ਦੇ ਕੇ ਲੈ ਲਈਆਂ ਜਾਂਦੀਆਂ ਨੇ। ਤੇ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਮੈਂ 4, 5, 6 ਅਕਤੂਬਰ ਨੂੰ ਅਜੀਤ ਅਖਬਾਰ ਵਿੱਚ ਲਗਾਤਾਰ 3 ਦਿਨ ਆਰਟੀਕਲ ਲਿਖੇ ਸੀ। ਅਜੀਤ ਅਖਬਾਰ ਦੇ ਐਡੀਟਰ ਨੇ ਫੋਨ ਕਰਕੇ ਮੇਰੇ ਕੋਲੋਂ ਲਿਖਵਾਏ ਸੀ। ਉਹ ਕਹਿਣ ਲੱਗੇ ਕਿ ਕਾਨੂੰਨ ਬਣ ਗਏ ਨੇ, ਪਹਿਲਾਂ ਤਾਂ ਆਰਡੀਨੈਂਸ ਸੀ, ਇਹਨਾਂ 'ਤੇ ਕੁਝ ਲਿਖੋ। ਮੈਂ ਕਿਹਾ ਮੈਂ ਤਾਂ ਆਰਡੀਨੈਂਸ ਜਦੋਂ ਬਣੇ ਸੀ 10 ਜੂਨ 2020 ਨੂੰ ਹੀ ਲਿਖ ਚੁੱਕਿਆ, ਹੋਰ ਕੀ ਲਿਖਾਂ। ਕਹਿੰਦੇ ਨਹੀਂ, ਪ੍ਰੈਸ ਹਾਊਸ ਕਾਨੂੰਨਾਂ 'ਤੇ ਲਿਖੋ। ਹੁਣ ਮੈਂ ਸੋਚਿਆ ਮੈਂ ਦੁਬਾਰਾ ਕਾਨੂੰਨਾਂ 'ਤੇ ਕੀ ਲਿਖਿਆ, ਫਿਰ ਮੈਂ ਸਿਸਟਮ 'ਤੇ ਲਿਖਿਆ ਕਿ ਸਿਸਟਮ ਹੈ ਕੀ, ਤੇ ਜਦੋਂ ਚੁਣੇ ਹੋਏ ਨੁਮਾਇੰਦੇ ਕਿਹਦੇ ਲਈ ਕੰਮ ਕਰਦੇ ਆ। ਡਿਟੇਲ 'ਚ ਨਹੀਂ ਜਾਣਾ, ਉਹ ਤੁਹਾਨੂੰ ਅੱਧਾ ਘੰਟਾ ਲੱਗੇਗਾ ਪੜ੍ਹਨ ਲਈ। ਮੈਂ ਰੁਪਿੰਦਰਜੀਤ ਨੂੰ ਉਹਦੀਆਂ 70 ਕਾਪੀਆਂ ਦਿੱਤੀਆਂ ਨੇ, ਜਿੰਨਾਂ ਪੇਜਾਂ ਦੀਆਂ, ਹਰ ਕੰਸਟੀਚੁਐਂਸੀ ਵਾਈਜ਼ ਉਹ ਇੱਕ ਲੈ ਜਾਓ, ਮਲਟੀਪਲਾਈ ਕਰਕੇ ਪੜ੍ਹ ਲਿਓ, ਤੇ ਤੁਸੀਂ ਇਹ ਸਮਝੋਗੇ ਕਿ ਜਿਵੇਂ ਤੁਸੀਂ ਉਹ ਲਿਖਿਆ, ਮੈਂ ਨਹੀਂ ਲਿਖਿਆ। ਉਹ ਇਹ ਤਾਂ ਯਾਰ ਹਾਂ ਇੱਦਾਂ ਹੀ ਤਾਂ ਹੋ ਰਹੀ ਹੈ। MLA ਬਣ ਕੇ ਆਮ ਲੋਕਾਂ ਨੂੰ ਸਰਵ ਕਰ ਰਹੇ ਨੇ ਜਾਂ ਤੁਸੀਂ ਆਪਣੇ ਆਕਾਂ ਨੂੰ ਸਰਵ ਕਰ ਰਹੇ ਨੇ। ਸੋ ਇਹ ਦੋਸਤੋ ਮੇਰੀ ਗੁਜ਼ਾਰਿਸ਼ ਹੈ ਕਿ ਜ਼ਰੂਰ ਪੜ੍ਹਿਓ, ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਹੀ ਲਿਖਿਆ। ਇਸ ਤੋਂ ਇਹ ਕਰਜ਼ਾ ਜਿਹੜਾ ਨਾ, ਤੁਸੀਂ ਦੇਖ ਜਿਹੜੀਆਂ ਮੈਂ ਫਿਗਰਾਂ ਦਿੱਤੀਆਂ, ਇਹ ਕਈ ਗੁਣਾ ਵੱਧ ਗਿਆ। ਔਰ ਇਸੇ ਕਰਕੇ ਜਿਹੜਾ ਪ੍ਰੋਬਲਮ ਸਾਡੀ ਉਹ ਹੱਲ ਨਹੀਂ ਹੋ ਰਹੀ, ਇਸੇ ਕਰਕੇ ਜਿਹੜਾ ਵਿਕਾਸ ਨਹੀਂ ਹੋ ਰਿਹਾ। ਔਰ ਇਹ ਜਿਹੜਾ ਕਰਜ਼ੇ ਦੀਆਂ ਫਿਗਰਸ, ਮੈਂ ਜ਼ਿਆਦਾ ਫਿਗਰਾਂ ਹੋਰ ਦੇ ਕੇ ਤੁਹਾਨੂੰ ਲੋਡ ਨਹੀਂ ਕਰਨਾ ਚਾਹੁੰਦਾ, ਪਰ ਸਰਕਾਰ ਕੇਵਲ ਤੇ ਕੇਵਲ ਕਰਜ਼ਾ ਲੈ ਕੇ ਚੱਲ ਰਹੀ ਹੈ। ਹਰਿਆਣੇ ਦੀ ਸਰਕਾਰ ਨੂੰ ਓਵਰਡਰਾਫਟ ਤੇ ਓਵਰ ਵੇਜ਼ ਐਂਡ ਮੀਨਸ ਦਾ ਪਤਾ ਵੀ ਨਹੀਂ, ਸਾਡੇ ਤੋਂ ਬਾਅਦ ਅਲੱਗ ਹੋਇਆ, ਤੇ ਅਸੀਂ ਓਵਰਡਰਾਫਟ ਵੀ ਕਰਦੇ ਹਾਂ। ਤੇ ਓਵਰਡਰਾਫਟ ਤੋਂ ਵੀ ਅੱਗੇ ਇੱਕ ਸਟੇਜ ਹੁੰਦੀ ਹੈ ਵੇਜ਼ ਐਂਡ ਮੀਨਸ ਵਾਲੀ, ਕਿ ਤੁਹਾਡੇ ਅੱਛਾ ਹੋਰ ਇੱਕ ਸੁਣਿਓ, ਆਉਣ ਵਾਲੇ ਸਾਲਾਂ 'ਚ ਕਰਜ਼ਾ ਇੱਕ ਲਿਮਟ ਤੇ ਪਹੁੰਚ ਜਾਣਾ, ਤੇ ਉਸ ਤੋਂ ਬਾਅਦ ਕਰਜ਼ਾ ਵੀ ਨਹੀਂ ਇਹਨਾਂ ਨੇ ਲੈ ਹੋਣਾ। ਤੇ ਇਹਦਾ ਮਤਲਬ ਹੈ ਕਿ ਆਰਥਿਕ ਸੰਕਟ ਜਿਹੜਾ ਹੋਰ ਵਧੇਗਾ, ਉਹਦੀ ਵੀ ਲਿਮਟ ਹੈ, ਉਹ ਵੀ ਪਹੁੰਚਣ ਵਾਲੀ ਹੈ।
मैं ਗੱਲ ਕਰ ਲਈ ਹੈ, ਸਮੁੱਚੇ ਪ੍ਰਤੀ ਜੀ ਆਮਦਨ ਦੀ ਵੀ ਗੱਲ ਕਰ ਲਈ ਹੈ। ਬਹੁਤਾ ਮੈਂ ਇਸ 'ਚ ਨਹੀਂ ਜਾਵਾਂਗਾ। ਤੇ ਉਹ ਰੈਕ ਦੀ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇੱਕ ਗੱਲ ਹੋਰ ਕਿ ਜਿਹੜੇ ਖੇਤੀਬਾੜੀ ਤੇ ਕਰਜ਼ਾ ਵੀ ਪੰਜਾਬ ਦੇ ਕਿਸਾਨਾਂ ਤੇ ਸਭ ਤੋਂ ਵੱਧ ਹੈ, ਔਰ ਇਸੇ ਕਰਕੇ ਤੁਹਾਡੇ ਛੋਟੀ ਜਿਹੀ ਸਟੇਟ ਦੇ ਵਿੱਚ 20,000 ਦੇ ਕਰੀਬ ਕਿਸਾਨ ਤੇ ਮਜ਼ਦੂਰ ਆਤਮ ਹੱਤਿਆਵਾਂ ਕਰ ਚੁੱਕੇ ਨੇ। ਇਹ ਬੜੇ ਲੁਕਾਉਂਦੇ ਨੇ ਕਿ ਕਿਸਾਨ ਤਾਂ ਜੀ ਫਜ਼ੂਲ ਖਰਚੀ ਕਰਦੇ ਨੇ, ਫੰਕਸ਼ਨਾਂ ਦੇ ਬੜਾ ਪੈਸਾ ਖਰਚ ਕਰਦੇ। ਨਹੀਂ, ਇਹ ਜਿਹੜਾ ਮਾਡਲ ਹੈ ਖੇਤੀ ਦਾ, ਇਹਨੇ ਕਰਜ਼ਾ ਵਧਾਇਆ। ਜਦੋਂ 5-7 ਸਾਲਾਂ ਬਾਅਦ ਟਿਊਬਵੈੱਲ ਜਿਹੜਾ ਉਹ ਡੀਪਨ ਕਰਨਾ ਪੈਂਦਾ, ਦੁਬਾਰਾ ਬੋਰ ਕਰਨਾ ਪੈਂਦਾ, ਔਰ 10-15 ਸਾਲਾਂ ਬਾਅਦ ਟਰੈਕਟਰ ਬਦਲਣਾ ਪੈਂਦਾ, ਇਹ ਕਰਜ਼ਾ ਵਧਾ ਰਿਹਾ। ਸੋ ਇਸ ਕਰਕੇ ਕਿਸਾਨ ਵਿਚਾਰਾ ਜਦੋਂ ਘਿਰਿਆ ਮਹਿਸੂਸ ਕਰਦਾ ਹੈ, ਕਿਰਤੀ ਜਦੋਂ ਘਿਰਿਆ ਮਹਿਸੂਸ ਕਰਦਾ ਹੈ, ਤੇ ਉਹ ਸੋਚਦਾ ਹੈ ਕਿ ਚਲੋ ਜਿਉਣ ਨਾਲੋਂ ਤੇ ਮਰਨਾ ਹੀ ਚੰਗਾ। ਪਰ ਇਹ ਕਿਸਾਨਾਂ ਦੇ ਸੁਭਾਅ ਦੇ ਉਲਟ ਹੈ। ਕਿਸਾਨ ਕਦੇ ਆਤਮ ਹੱਤਿਆ ਨਹੀਂ ਕਰਦਾ, ਮਜ਼ਦੂਰ ਕਦੇ ਆਤਮ ਹੱਤਿਆ ਨਹੀਂ ਕਰਦਾ। ਕਿਸਾਨ ਦੇ ਮੋਢੇ ਤੇ ਡਾਂਗ ਵੀ ਹੁੰਦੀ ਹੈ, ਕਈ ਵੀ ਹੁੰਦੀ ਹੈ। ਮੈਂ ਖੁਦ ਕਿਸਾਨੀ ਕੀਤੀ ਹੈ, ਲੈਕਚਰਰ ਲੱਗਣ ਤੋਂ ਬਾਅਦ ਵੀ ਕਰਦਾ ਰਿਹਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਕਿਧਰੇ ਕਿਸਾਨਾਂ ਨੇ ਮਾਰਨ ਦੀ ਬਜਾਏ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਕੀ ਬਣੇਗਾ, ਫਿਰ ਕਿਸ ਕਿਸਮ ਦੇ ਹਾਲਾਤ ਪੈਦਾ ਹੋਣਗੇ, ਉਹ ਵੀ ਆਪਾਂ ਨੂੰ ਮੱਦੇ ਨਜ਼ਰ ਰੱਖਣ ਦੀ ਲੋੜ ਹੈ ਕਿ ਆਪਾਂ ਨੂੰ ਇਹਨਾਂ ਮਜਬੂਰ ਨਾ ਲੋਕਾਂ ਨੂੰ ਕਰੀਏ ਉਹ ਮਰਨ ਦੀ ਬਜਾਏ ਮਾਰਨ ਲੱਗ ਜਾਣ। ਬੇਰੁਜ਼ਗਾਰੀ ਦੋਸਤੋ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ, ਮੈਂ ਇੱਕ ਅੰਕੜਾ ਤੇ ਦੇ ਚੁੱਕਿਆ, ਪਰ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਉਹ ਹਿੰਦੁਸਤਾਨ ਦੇ ਵਿੱਚ 2015-16 'ਚ 3.7% ਸੀ ਤੇ ਅੱਜ 6% ਹੈ। ਤੇ ਪੰਜਾਬ ਦੇ ਵਿੱਚ 2015-16 'ਚ 6% ਸੀ ਤੇ ਅੱਜ 8%। ਸੋ ਇਹਦਾ ਮਤਲਬ ਕਿ ਇਹ ਜਿਹੜੀ ਬੇਰੁਜ਼ਗਾਰੀ ਦਾ ਦਰ ਹੈ, ਦਰ ਇਹ ਹੁੰਦੀ ਹੈ ਕਿ ਜਿੰਨੇ ਤੁਹਾਡੇ ਕੋਲ ਵਰਕਫੋਰਸ ਕੰਮਯੋਗ ਹੈ ਉਹਦੇ 'ਚੋਂ ਕਿੰਨੇ ਬੇਰੁਜ਼ਗਾਰ ਨੇ। 100 ਵਿੱਚੋਂ 7 ਸਰਕਾਰੀ 8 ਸਰਕਾਰੀ ਅੰਕੜਿਆਂ ਅਨੁਸਾਰ ਬੇਰੁਜ਼ਗਾਰ ਨੇ। ਸੋ ਇਹ ਜਿਹੜਾ ਬੇਰੁਜ਼ਗਾਰੀ ਵਾਲਾ ਕੰਮ ਹੈ ਇਹ ਵੀ ਬਹੁਤ ਸੀਰੀਅਸ ਹੈ, ਕਿਉਂਕਿ ਬੇਰੁਜ਼ਗਾਰ ਜਿਹੜਾ ਬੰਦਾ ਹੈ ਉਹ ਕੁਝ ਵੀ ਕਰ ਸਕਦਾ ਹੈ, ਉਹ ਨੀਰਸਤਾ ਵੱਲ ਜਾ ਰਿਹਾ। ਔਰ ਸਾਡਾ ਜਿਹੜਾ ਕਲਚਰ ਹੈ ਉਹ ਵੀ ਲੰਪਨ ਕਲਚਰ ਜਿਹੜਾ ਉਹ ਜ਼ਿਆਦਾ ਬਣ ਰਿਹਾ ਹੁਣ। ਜਿਹੜਾ ਪੰਜਾਬ ਦਾ ਇੱਕ ਨਿੱਗਰ ਤੇ ਵਧੀਆ ਕਲਚਰ ਹੁੰਦਾ ਸੀ ਉਹ ਹੋਰ ਪਾਸੇ ਜਾ ਰਿਹਾ। ਇੱਕ ਐਗਜ਼ਾਮਪਲ ਮੈਂ ਦੇ ਕੇ, ਮੈਂ ਟਾਈਮ ਦੇਖ ਰਿਹਾ ਆਪਣਾ, 29 ਮਿੰਟ ਹੋ ਗਏ ਨੇ ਤੁਹਾਨੂੰ ਸੁਣਦਿਆਂ ਨੂੰ। ਮੈਂ ਗੌਰਮੈਂਟ ਕਾਲਜਾਂ ਦੀਆਂ ਫਿਗਰਾਂ ਲਈਆਂ ਕਿ ਗੌਰਮੈਂਟ ਕਾਲਜਾਂ 'ਚ ਪ੍ਰੋਫੈਸਰਾਂ ਦੀਆਂ ਕਿੰਨੀਆਂ ਪੋਸਟਾਂ ਨੇ ਸੈਂਕਸ਼ਨਡ ਪੋਸਟਾਂ ਨੇ 1873 ਤੇ ਭਰੀਆਂ ਨੇ 390। ਦੋਸਤੋ ਇਹ ਤਾਂ ਇਹਨਾਂ ਦਾ ਵਤੀਰਾ ਹੈ ਐਜੂਕੇਸ਼ਨ ਦੇ ਪ੍ਰਤੀ। 1853 ਚੋਂ 390 ਭਰੀਆਂ ਨੇ। ਸਕੂਲਾਂ 'ਚ ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਖਾਲੀ ਨੇ। ਔਰ ਸਾਡੇ ਜਿਹੜੇ ਟੀਚਰ ਨੇ, ਬੇਰੁਜ਼ਗਾਰ ਟੀਚਰ ਜਾਂ ਠੇਕੇ ਤੇ ਭਰਤੀ ਕੀਤੇ ਟੀਚਰ, ਉਹ ਹਰ ਰੋਜ਼ ਮੁਜ਼ਾਹਰਾ ਕਰਦੇ ਨੇ। ਔਰ ਬਾਕੀ ਮਹਿਕਮਿਆਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ। ਪਰ ਆਮ ਇਹ ਕਿਹਾ ਜਾਂਦਾ ਕਿ ਜੇ ਕਿਸੇ ਸਮਾਜ ਦੀ, ਕਿਸੇ ਪ੍ਰਾਂਤ ਦੀ, ਕਿਸੇ ਦੇਸ਼ ਦੀ ਜਨਤਾ ਨੂੰ ਗੁੰਗੇ ਬੋਲੇ ਬਹਿਰੇ ਬਣਾਉਣਾ ਤਾਂ ਉਹਦਾ ਐਜੂਕੇਸ਼ਨ ਸਿਸਟਮ ਨਸ਼ਟ ਕਰ ਦਿਓ। ਇਹ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਨਸ਼ਟ ਕਰ ਰਹੇ ਨੇ, ਕਿਉਂਕਿ ਬਹੁਤੇ ਲੋਕ ਪੰਜਾਬ ਦੇ ਸਕੂਲ, ਪ੍ਰਾਈਵੇਟ ਸਕੂਲਾਂ ਦਾ, ਯੂਨੀਵਰਸਿਟੀਆਂ ਦਾ ਖਰਚਾ ਨਹੀਂ ਦੇ ਸਕਦੇ। ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਸਿਰਫ 4-5% ਪਿੰਡਾਂ 'ਚੋਂ ਪੜ੍ਹ ਕੇ ਲੋਕ ਆ ਰਹੇ ਨੇ ਪੜ੍ਹਨ ਵਿਦਿਆਰਥੀ, ਔਰ ਪ੍ਰੋਫੈਸ਼ਨਲ ਕਾਲਜਾਂ 'ਚ ਵੀ 4% ਹੀ ਆ ਰਹੇ ਨੇ।
ਸੋ ਪਿੰਡ ਤਾਂ ਪਹਿਲਾਂ ਹੀ ਪਿੱਛੇ ਰਹਿ ਗਿਆ, ਔਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਸਲਮਸ ਨੇ ਉਹ ਬਹੁਤ ਪਿੱਛੇ ਨੇ। ਦੋਸਤੋ, ਉਦਯੋਗਾਂ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਆਪਣੇ ਸ਼ੁਰੂ 'ਚ ਹੀ। ਸੋ ਇਸ ਕਰਕੇ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਛੋਟੇ ਉਦਯੋਗ, ਲਘੂ ਉਦਯੋਗ, ਮੱਧਲੇ ਉਦਯੋਗ, ਖੇਤੀ ਤੇ ਗੈਰ ਇਸ ਨਾਲ ਜੁੜੇ ਜਿਹੜੇ ਖੇਤਰ ਨੇ ਉਹ ਵੀ ਪਿੰਡਾਂ ਦੇ ਵਿੱਚ ਜਾਂ ਪਿੰਡਾਂ ਦੇ ਨੇੜੇ ਤੇੜੇ, ਜਿੱਥੋਂ ਪਿੰਡ ਦਾ ਬੱਚਾ ਘਰੋਂ ਜਾ ਕੇ ਕੰਮ ਕਰਕੇ ਵਾਪਸ ਆ ਜਾਵੇ, ਕਿਉਂਕਿ ਜਿੰਨਾ ਵੇਤਨ ਮਿਲਦਾ, ਜਿੰਨੀ ਤਨਖਾਹ ਮਿਲਦੀ, ਜਿੰਨੀ ਮਜ਼ਦੂਰੀ ਮਿਲਦੀ ਆ, ਉਹਦੇ ਨਾਲ ਉਹ ਸ਼ਹਿਰ 'ਚ ਨਹੀਂ ਰਹਿ ਸਕਦਾ। ਸੋ ਇਸ ਕਿਸਮ ਦਾ ਮਾਡਲ ਜਿਹੜਾ ਉਹ ਦੇਣਾ ਪਏਗਾ। ਤੇ ਜਿਸ ਦਿਨ ਵੀ ਕਦੇ ਲੋਕ ਪੱਖੀ ਸਰਕਾਰ ਬਣੀ ਉਹ ਇਹ ਮਾਡਲ ਦੇਗੀ। ਤੇ ਹੁਣ ਕਈ ਵਾਰੀ ਇਹ ਕਿਹਾ ਜਾਂਦਾ ਕਿ ਇਹ ਫਿਰ ਸਮੱਸਿਆ ਹੱਲ ਕਿਵੇਂ ਹੋਵੇਗੀ। ਤੁਸੀਂ ਪੁੱਛ ਸਕਦੇ ਹੋ ਕਿ ਪ੍ਰੈਸ ਸਾਹਿਬ ਤੁਸੀਂ ਤਾਂ ਸਾਰੀਆਂ ਸਮੱਸਿਆਵਾਂ ਦੱਸੀ ਜਾ ਰਹੇ ਹੋ, ਹੱਲ ਕੋਈ ਦੱਸਦੇ ਨਹੀਂ। ਦੋਸਤੋ, ਹੱਲ ਇਹ ਹੈ ਕਿ ਰਿਸੋਰਸਿਸ ਜਿਹੜੇ ਨੇ, ਵਿੱਤੀ ਸਾਧਨ ਹੈ, ਉਹ ਜੇਬਾਂ 'ਚ ਪਾਉਣ ਦੇ ਬਜਾਏ ਸਰਕਾਰੀ ਖਜ਼ਾਨੇ 'ਚ ਲਿਆਂਦੇ ਜਾਣ। ਜਿੰਨੇ ਵਿੱਤੀ ਸਾਧਨ ਸਰਕਾਰੀ ਖਜ਼ਾਨੇ 'ਚ ਆਉਣੇ ਚਾਹੀਦੇ ਆ, ਉਹਦਾ 1/3 ਹਿੱਸਾ ਜੇਬਾਂ 'ਚ ਜਾ ਰਿਹਾ। ਔਰ ਮੈਂ 6th ਫਾਈਨਾਂਸ ਕਮਿਸ਼ਨ ਪੰਜਾਬ ਦਾ ਵੀ ਫਾਰਚੂਨੇਟਲੀ ਜਾਂ ਅਨਫਾਰਚੂਨੇਟਲੀ ਉਹਨਾਂ ਨੇ ਮੈਨੂੰ ਸਪੈਸ਼ਲ ਇਨਵਾਈਟ ਹੀ ਰੱਖਿਆ ਹੋਇਆ। ਪਰਸੋਂ ਵੀ ਇੱਕ ਮੀਟਿੰਗ ਸੀ ਤੇ ਪਰਸੋਂ ਵੀ ਉਹ ਪੁੱਛਣ ਲੱਗੇ ਕਿ ਪ੍ਰੈਸ ਸਾਹਿਬ ਇਹ ਸਰਕਾਰੀ ਖਜ਼ਾਨੇ 'ਚ ਪੈਸੇ ਕਿਵੇਂ ਹੋਰ ਆ ਸਕਦੇ ਆ। ਮੈਂ ਉਹਨਾਂ ਨੂੰ ਨੋਟ ਬਣਾ ਕੇ ਪਹਿਲਾਂ ਦਿੱਤਾ ਹੋਇਆ ਸੀ। 18,000 ਕਰੋੜ ਰੁਪਈਆ 18,000 ਕਰੋੜ ਰੁਪਈਆ ਹਰ ਸਾਲ ਬਿਨਾਂ ਕੋਈ ਨਵਾਂ ਟੈਕਸ ਲਾਉਣ ਦੇ ਸਰਕਾਰੀ ਖਜ਼ਾਨੇ 'ਚ ਹੋਰ ਆ ਸਕਦਾ ਹੈ। ਤੇ ਇਹ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇ ਰਿਹਾ, ਬੜੀ ਜ਼ਿੰਮੇਵਾਰੀ ਨਾਲ ਅਰਥ ਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਇਹ ਸਟੇਟਮੈਂਟ ਦੇ ਰਿਹਾ। ਔਰ ਇਹ ਮੈਂ 5-6 ਮਹੀਨੇ ਲਾ ਕੇ ਐਸਟੀਮੇਟ ਜਨਰੇਟ ਕੀਤੇ ਨੇ। ਜਿਹੜਾ ਡੇਟਾ ਸਟੈਟਿਸਟਿਕਸ ਅਵੇਲੇਬਲ ਹੋ ਉਹ ਕਿੱਥੋਂ ਆਉਣਗੇ। GST ਦੇ ਵਿੱਚ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਕਿ ਘਪਲੇ ਹੁੰਦੇ ਨੇ। ਔਰ GST ਜਿੰਨਾ ਵੀ ਇਕੱਠਾ ਹੁੰਦਾ, ਜੇ 1 ਰੁਪਇਆ ਇਕੱਠਾ ਹੁੰਦਾ ਤੇ 50 ਪੈਸੇ ਪੰਜਾਬ ਨੂੰ ਮਿਲਦੇ ਨੇ, 50 ਪੈਸੇ ਕੇਂਦਰ ਨੂੰ ਜਾਂਦੇ। ਉਹਦੇ ਵਿੱਚ ਕੋਈ 8,000 ਤੋਂ 9,000 ਕਰੋੜ ਰੁਪਈਆ ਹੋਰ ਇਕੱਠਾ ਹੋ ਸਕਦਾ ਹੈ ਸਾਲ ਦਾ GST ਦੇ ਵਿੱਚ। ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਦੇ ਵਿੱਚ 1,000 ਤੋਂ 1200 ਕਰੋੜ। ਟਰਾਂਸਪੋਰਟ ਤੇ ਕੇਬਲ ਤਕਰੀਬਨ 2,000 ਕਰੋੜ ਰੁਪਈਆ ਹੋਰ ਆ ਸਕਦਾ ਹੈ। ਪ੍ਰਾਪਰਟੀ ਟੈਕਸ 2,000 ਤੋਂ 3,000 ਕਰੋੜ ਰੁਪਈਆ ਹੋਰ ਆ ਸਕਦਾ ਹੈ। ਇਸੇ ਤਰ੍ਹਾਂ ਪ੍ਰੋਫੈਸ਼ਨਲ ਟੈਕਸ ਹੈ, ਕੋਈ ਟੈਕਸ ਨਹੀਂ ਦਿੰਦੇ। ਸੋਸ਼ਲ ਵੈਲਫੇਅਰ ਸਕੀਮ ਦੇ ਵਿੱਚ ਵੀ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਕਿ ਕਿਵੇਂ ਅਮੀਰ ਲੋਕ ਵੀ, ਮੱਧਮ ਇਨਕਮ ਵਾਲੇ ਲੋਕ ਵੀ ਉਹਦੇ ਵਿੱਚ ਫਾਇਦਾ ਲੈ ਰਹੇ ਨੇ। ਸੋਸ਼ਲ ਵੈਲਫੇਅਰ ਸਕੀਮਾਂ 'ਚ ਤੁਹਾਨੂੰ ਜ਼ਿਆਦਾ ਪਤਾ। ਤੇ ਇਸੇ ਤਰ੍ਹਾਂ ਹੋਰ ਘਪਲੇਬਾਜ਼ੀ ਜਿਹੜੀ ਹੈ ਉਹ ਕਰ ਮਿਲਾ ਕੇ 18,000 ਕਰੋੜ ਰੁਪਈਆ ਹੋਰ ਆ ਸਕਦਾ ਆਰਾਮ ਨਾਲ। ਪਰ ਜੇ ਸਿਸਟਮ ਨੂੰ ਹੋਰ ਟਰਾਂਸਪੇਰੈਂਟ ਕੀਤਾ ਜਾਵੇ ਤਾਂ 25,000 ਤੋਂ 30,000 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਵਿੱਚ ਹਰ ਸਾਲ ਹੋਰ ਆ ਸਕਦਾ ਹੈ। ਤੇ ਉਹਦੇ ਨਾਲ ਅਸੀਂ ਕਰਜ਼ਾ ਮੋੜ ਕੇ ਉਹਨੂੰ ਥੱਲੇ ਵੀ ਲਿਆ ਸਕਦੇ ਹਾਂ। ਉਹਦੇ ਨਾਲ ਅਸੀਂ ਵਿਕਾਸ ਦੇ ਕੰਮਾਂ 'ਤੇ ਵੀ ਖਰਚ ਕਰ ਸਕਦੇ ਹਾਂ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਸ਼ੇਅਰ ਕਰਨੀ ਚਾਹਾਂਗਾ ਕਿ ਜੇ ਸਰਕਾਰੀ ਇਨਵੈਸਟਮੈਂਟ ਜਾਂ ਸਰਕਾਰੀ ਨਿਵੇਸ਼ ਨਹੀਂ ਹੁੰਦੀ ਤਾਂ ਗੈਰ ਸਰਕਾਰੀ ਪ੍ਰਾਈਵੇਟ ਨਿਵੇਸ਼ ਵੀ ਉੱਥੇ ਨਹੀਂ ਆਉਂਦਾ। ਇੱਕ ਗੱਲ ਹੋਰ, ਕਈ ਵਾਰੀ ਇੱਕ ਪਰਸੈਪਸ਼ਨ ਹੈ, ਠੀਕ ਜਾਂ ਗਲਤ, ਕਿ ਕਾਰਖਾਨਾ ਲੱਗਣ ਤੋਂ ਪਹਿਲਾਂ ਹੀ ਪੈਸੇ ਮੰਗਣ ਲੱਗ ਜਾਂਦੇ। ਮੈਂ ਕਈ ਵਾਰੀ ਵੱਡੇ ਹਾਈ ਲੈਵਲ ਤੇ ਵੀ ਕਿਹਾ ਕਿ ਭਾਈ ਆਮਦਨ ਤਾਂ ਆਉਣ ਦਿਓ, ਫਿਰ ਬਾਅਦ 'ਚ ਪੈਸੇ ਲੈ ਲਿਓ, ਪਹਿਲਾਂ ਹੀ ਭਜਾ ਦਿੰਦੇ ਹੋ ਉਹਨੂੰ ਕਿ ਕਾਰਖਾਨਾ ਲੱਗਣ ਹੀ ਨਹੀਂ ਦੇਣਾ। ਸੋ ਇਹ ਦੋਸਤੋ ਜਿਹੜਾ ਸਾਰਾ ਸਿਲਸਿਲਾ ਹੈ ਇਹ ਤਾਂ ਹੀ ਠੀਕ ਹੋਏਗਾ ਜੇ ਪੰਜਾਬ ਤੋਂ ਸੰਗਰੂਰ ਜ਼ਿਲ੍ਹੇ ਤੋਂ ਜੇ ਕੋਈ ਆਇਆ ਭਵਾਨੀਗੜ੍ਹ ਦੇ ਕੋਲ ਤਾਂ ਉੱਥੇ ਜਰਮਨ ਫਰਮ ਇੱਕ ਪਰਾਲੀ ਦਾ ਕਾਰਖਾਨਾ ਲਾ ਰਹੀ ਹੈ। 2
20 ਏਕੜਾਂ 'ਚ, ਔਰ ਉਹ ਕਿਸਾਨਾਂ ਨੂੰ ਜਿਹੜਾ ਪੈਸੇ ਦੇਗੀ ਜਾਂ ਕਿਸਾਨਾਂ ਨੂੰ ਅੱਗ ਲਾਉਣ ਦੀ ਜਿਹੜੀ ਨਹੀਂ, ਤੇ ਬਾਇਓ ਮਨਿਓਰ ਤੇ ਬਾਇਓ CNG ਪੈਦਾ ਕਰੇਗੀ, ਔਰ ਉਹਦੇ 'ਚ ਕੋਈ 1000, 1200, 1500 ਦਾ ਰੁਜ਼ਗਾਰ ਵੀ ਹੋਏਗਾ। ਪੰਜਾਬ ਦੇ ਵਿੱਚ 300-400 ਇਹੋ ਜਿਹੇ ਜਿਹੜੇ ਕਾਰਖਾਨੇ ਲੱਗ ਸਕਦੇ ਨੇ, ਪਰਾਲੀ ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ, ਕਿਸਾਨਾਂ ਨੂੰ ਪੈਸੇ ਵੀ ਮਿਲ ਸਕਦੇ, ਰੁਜ਼ਗਾਰ ਵੀ ਮਿਲ ਸਕਦਾ ਹੈ। ਪਰ ਇਹ ਕੰਮ ਨਹੀਂ ਕਰਨਾ, ਕਿਉਂਕਿ ਮਸ਼ੀਨਰੀ ਲੌਬੀ ਜਿਹੜੀ ਹੈ ਉਹ ਕਹਿੰਦੇ ਨਹੀਂ ਵਿੱਚੇ ਵਾਓ ਪਰਾਲੀ ਨੂੰ, ਕਿਉਂਕਿ ਮਸ਼ੀਨਾਂ ਵਾਲਿਆਂ ਨੂੰ ਜਿਹੜੇ ਉਹਨਾਂ ਨੂੰ ਸਬਸਿਡੀ ਮਿਲੇ, ਉਹਨਾਂ ਨੂੰ ਪੈਸੇ ਜਾਣ। ਤੇ ਕਈ ਵਾਰੀ ਸਾਡੇ ਜਿਹੜੇ ਖੇਤੀ ਵਿਗਿਆਨੀ ਹੈ ਤੇ ਸਾਡੀ ਜਿਹੜੀ ਹੈ ਬਿਊਰੋਕ੍ਰੇਸੀ ਹੈ ਤੇ ਪੋਲੀਟੀਸ਼ੀਅਨ ਆ, ਉਹ ਰਲ ਕੇ ਮਦਦ ਕਰਦੇ ਨੇ ਉਹਨਾਂ ਦੀ, ਤਾਂ ਕਿ ਇਹ ਲੌਬੀ ਜਿਹੜੀ ਹੈ ਇਹ ਇਸ ਕਿਸਮ ਦਾ ਜਿਹੜਾ ਕੰਮ ਨਾ ਹੋਣ ਦੇਵੇ। ਸੋ ਇਹ ਦੋਸਤੋ, ਲਾਸਟ ਮੈਂ ਸਿਰਫ 1 ਮਿੰਟ ਹੋਰ ਲਵਾਂਗਾ। ਅੱਜ ਵੰਗਾਰ ਰਹੀ ਹੈ ਪੰਜਾਬ, ਪੰਜਾਬੀ ਤੇ ਪੰਜਾਬੀਅਤ, ਤੇ ਤੁਸੀਂ ਸਾਰੇ ਦੋਸਤੋ ਜਿਹੜੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਰਨਾਏ ਹੋਏ, ਅੱਜ ਪੰਜਾਬ ਤੁਹਾਡੇ ਪੈੜ ਕਦਮ ਸੁਣਨ ਦੀ ਤਾਂਘ ਵਿੱਚ ਹੈ। ਤੇ ਦੋਸਤੋ, ਜੇ ਤੁਸੀਂ ਅੱਜ ਇਹ ਪੈੜ ਕਦਮ ਪਿੱਛੇ ਮੋੜ ਲਏ ਕਿਸੇ ਵੀ ਕਾਰਨ ਕਰਕੇ, ਤਾਂ ਮੁੜ ਕੇ ਇਹ ਹਿਸਟੋਰਿਕ ਮੌਕਾ ਨਹੀਂ ਆਉਣਾ। ਪਹਿਲਾਂ ਹੀ ਜਿਹੜਾ ਆਪ ਵਾਲਾ ਤਜਰਬਾ ਫੇਲ ਹੋਇਆ, ਉਹਨੇ ਲੋਕਾਂ ਦੇ ਹੌਸਲੇ ਬੜੇ ਢਾਏ ਨੇ, ਪਰ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਇੱਕ ਸੇਧ ਦਿੱਤੀ ਹੈ ਕਿ ਨਹੀਂ, ਐਂ ਵੀ ਲੜਾਈ ਲੜੀ ਜਾ ਸਕਦੀ ਹੈ। ਔਰ ਇੱਕ ਗੱਲ ਮੈਂ ਹੋਰ ਕਹਾਂ ਕਿ ਕਿਸੇ ਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿਸਾਨ, ਇਹ ਜਿਹੜੇ ਕਾਨੂੰਨ ਨੇ ਸਿਰਫ ਕਿਸਾਨਾਂ ਨਾਲ ਸੰਬੰਧਿਤ ਨਹੀਂ ਦੋਸਤੋ, ਨਹੀਂ। ਜਿਹੜਾ ਜ਼ਰੂਰੀ ਵਸਤਾਂ ਐਕਟ ਹੈ ਉਹ ਹਰ ਨਾਗਰਿਕ ਨੂੰ ਇਫੈਕਟ ਕਰੇਗਾ। ਜਦੋਂ ਅਨਾਜ ਤੇ ਹੋਰ ਖਾਦ ਪਦਾਰਥ ਥੋੜ੍ਹੇ ਜਿਹੇ ਬੰਦਿਆਂ ਦੇ ਹੱਥ ਵਿੱਚ ਇਕੱਠੇ ਹੋ ਜਾਣਗੇ, ਤਾਂ ਮਨਮਰਜ਼ੀ ਦੀ ਕੀਮਤ ਜਿਹੜੀ ਹੈ ਉਹ ਚਾਰਜ ਕਰੇਗਾ। ਤੇ ਉਸ ਮੌਕੇ ਨੂੰ ਸੋਚੋ। ਇਸੇ ਕਰਕੇ ਸ਼ਾਇਦ ਕਿਸਾਨਾਂ ਨੂੰ ਸਾਰੇ ਵਰਗਾਂ ਤੋਂ ਜਿਹੜਾ ਸਪੋਰਟ ਮਿਲ ਰਹੀ ਹੈ, ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਕਾਨੂੰਨ ਸਿਰਫ ਕਿਸਾਨਾਂ ਦੇ ਉਲਟ ਨਹੀਂ, ਇਹ ਹਰ ਸ਼ਹਿਰੀ ਦੇ ਉਲਟ ਹੈ। ਸੋ ਮੈਂ ਇਹ ਕਹਾਂਗਾ ਕਿ ਪੰਜਾਬ ਜਿਹੜਾ ਤੁਹਾਡਾ ਪੈੜ ਕਦਮਾਂ ਦੀ ਉਡੀਕ ਰਿਹਾ ਹੈ, ਕਿ ਉਹ ਸੋਚ ਰਿਹਾ ਕਿ ਕਦੋਂ ਤੁਸੀਂ ਉਸ ਨੂੰ ਦਿਨੋਂ ਦਿਨ ਨਿੱਘਰਦੀ ਹਾਲਤ ਵਿੱਚੋਂ ਬਾਹਰ ਕੱਢੋਗੇ, ਨਹੀਂ ਤਾਂ ਦਲਦਲ 'ਚ ਹੋਰ ਧੱਸ ਜਾਏਗਾ। ਤੇ ਜਿਸ ਕਿਸਮ ਦੀ ਦਲਦਲ ਜਿਹੜੀ ਹੈ ਉਹ ਥੱਲੇ ਗਰਾਊਂਡ ਨਹੀਂ ਹੈ ਉੱਪਰ ਆਉਣ ਲਈ, ਤੇ ਜੇ ਤੁਸੀਂ ਫੜ ਕੇ ਨਾ ਕੱਢਿਆ ਤਾਂ ਇੱਕ ਦਿਨ ਆਪਾਂ ਸਾਰੇ ਉਸ ਦਲਦਲ 'ਚ ਫਸ ਜਾਵਾਂਗੇ। ਤੇ ਇੱਕ ਜਰਮਨ ਪੋਇਟ ਦੀ ਮੈਂ ਤੁਹਾਨੂੰ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਾਂਗਾ, ਪਰ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਕਹਾਂਗਾ ਕਿ ਪੰਜਾਬ ਦੀ ਮੁੜ ਸੁਰਜੀਤੀ ਲਈ ਇਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕੀ ਤੁਸੀਂ ਸਾਰੇ ਪੰਜਾਬੀ ਜਾਤ ਪਾਤ, ਧਰਮ, ਲਿੰਗ, ਬੋਲੀ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਹੰਬਲਾ ਮਾਰੋਗੇ ਜਾਂ ਨਹੀਂ। ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਜਾਤ ਪਾਤ, ਲਿੰਗ, ਬੋਲੀ ਹੋਰ ਉਸ 'ਚ ਫਸੇ ਰਹਿਣਾ ਜਾਂ ਉਸ ਤੋਂ ਉੱਪਰ ਉੱਠ ਕੇ ਹੰਬਲਾ ਮਾਰਨਾ। ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ। ਜੇ ਇਸ ਦਾ ਜਵਾਬ, ਇਸ ਸਵਾਲ ਦਾ ਜਵਾਬ ਨਾ ਵਿੱਚ ਹੈ, ਤਾਂ ਤੁਸੀਂ ਆਪਣੇ ਮਕਸਦ ਹਾਸਲ ਨਹੀਂ ਕਰ ਸਕਦੇ, ਆਪਾਂ ਆਪਣਾ ਮਕਸਦ ਹਾਸਲ ਨਹੀਂ ਕਰ ਸਕਦੇ। ਤੇ ਜੇ ਹਾਂ ਵਿੱਚ ਹੈ ਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਆਪਣਾ ਮਕਸਦ ਜਿਹੜਾ ਪ੍ਰਾਪਤ ਕਰਨ 'ਚ ਰੋਕ ਨਹੀਂ ਸਕਦੀ। ਹੁਣ ਫੈਸਲਾ ਜਿਹੜਾ ਹੈ ਉਹ ਤੁਹਾਡੇ ਹੱਥ ਵਿੱਚ ਹੈ। ਤੇ ਇੱਥੇ ਜਿਹੜਾ ਉਹ ਗੱਲ ਜਰਮਨ ਪੋਇਟ ਦੀ ਦਿਲਬਰ ਦੀ ਉਹ ਇਹ ਹੈ ਕਿ ਨਾਜ਼ੀ ਨੂੰ ਆਪਾਂ ਸਾਰੇ ਮਾੜੇ ਸਮਝਦੇ ਹਾਂ, ਤੇ ਪਰ ਜਿਹੜਾ ਯੂਰਪ ਦਾ ਇਤਿਹਾਸ ਆ ਹਿਟਲਰ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਹਿਟਲਰ ਇੱਕ ਐਦਾਂ ਨਾਜ਼ੀ ਹਿਟਲਰ ਦੀ ਫੌਜ ਆਈ ਤੇ ਇੱਕ ਬੰਦੇ ਨੂੰ ਫੜ ਕੇ ਜਾਂ ਗਰੁੱਪ ਨੂੰ ਫੜ ਕੇ ਲੈ ਗਈ, ਤਾਂ ਦੂਜੇ ਬੰਦੇ ਇਸ ਲਈ ਨਹੀਂ ਬੋਲੇ ਕਿ ਇਹ ਤਾਂ ਕਮਿਊਨਿਸਟ ਹੈ, ਮੈਨੂੰ ਕੀ ਹੈ, ਮੈਂ ਤਾਂ ਕਮਿਊਨਿਸਟ ਹਾਂ ਨਹੀਂ, ਇਸ ਕਰਕੇ ਮੈਂ ਤਾਂ ਆਰਾਮ ਨਾਲ ਬੈਠਾ ਹਾਂ। ਅਗਲੇ ਦਿਨ ਉਹ ਇੱਕ ਹੋਰ ਬੰਦੇ ਨੂੰ ਫੜ ਕੇ ਲੈ ਗਏ
ਫਿਰ ਵੀ ਕੋਈ ਨਹੀਂ ਬੋਲਿਆ, ਕਿਉਂਕਿ ਲੋਕੀ ਸੋਚਦੇ ਇਹ ਤਾਂ ਟ੍ਰੇਡ ਯੂਨੀਅਨਿਸਟ ਆ, ਸੋਸ਼ਲਿਸਟ ਆ, ਇਸ ਕਰਕੇ ਆਪਾਂ ਨੂੰ ਕੀ ਲੋੜ ਹੈ। ਫਿਰ ਇੱਦਾਂ ਹੀ ਸੋਸ਼ਲਿਸਟ ਦੀ ਹੋਈ ਤੇ ਇੱਕ ਦਿਨ ਉਹ ਪਾਦਰੀ ਨੂੰ ਚੁੱਕਣ ਆ ਗਏ ਤੇ ਕੋਈ ਬੰਦਾ ਹਾਂ ਦਾ ਨਾਅਰਾ ਮਾਰਨ ਵਾਲਾ ਨਹੀਂ ਸੀ। ਸੋ ਦੋਸਤੋ, ਜੇ ਅੱਜ ਆਪਾਂ ਆਪਣੇ ਵਾਸਤੇ ਹਾਂ ਦਾ ਨਾਅਰਾ ਨਾ ਮਾਰਿਆ ਤਾਂ ਇਹ ਸਿਸਟਮ ਇੱਕ ਇੱਕ ਕਰਕੇ ਸਾਰਿਆਂ ਨੂੰ ਨਿਗਲ ਜਾਏਗਾ ਔਰ ਪੰਜਾਬ ਜਿਹੜਾ ਉਹ ਰਹਿਣ ਯੋਗ ਵੀ ਨਹੀਂ ਰਹੇਗਾ। ਤੇ ਕੀ ਆਪਾਂ ਚਾਹੁੰਦੇ ਹਾਂ ਕਿ ਅਸੀਂ ਸਾਡੇ ਬੱਚੇ ਇਸ ਹਾਲਤ ਤੇ ਪਹੁੰਚ ਜਾਣ ਕਿ ਪੰਜਾਬ ਰਹਿਣ ਯੋਗ ਨਾ ਰਹੇ। ਸੋ ਦੋਸਤੋ, ਆਪਾਂ ਰਲ ਮਿਲ ਕੇ ਪੰਜਾਬ ਨੂੰ ਰਹਿਣ ਯੋਗ ਬਣਾਉਣਾ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਸੁਪਨਾ ਜ਼ਰੂਰ ਸਾਕਾਰ ਹੋਏਗਾ। ਇਹਨਾਂ ਕਹਿੰਦਿਆਂ ਹੋਇਆਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਕਿ ਮੈਨੂੰ ਤੁਸੀਂ ਇੰਨਾ ਸਮਾਂ ਦੇ ਕੇ ਆਪਣੀ ਗੱਲਬਾਤ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ ਔਰ ਇਹਦੇ ਨਾਲ ਹੀ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਧੰਨਵਾਦ ਕਰਦਾ ਹਾਂ ਸਰਦਾਰ ਰਣਜੀਤ ਸਿੰਘ ਘੁੰਮਣ ਜੀ ਦਾ, ਜਿਨ੍ਹਾਂ ਕਿ ਪੂਰੀ ਡੂੰਘਾਈ ਦੇ ਨਾਲ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਕਿਵੇਂ ਸੁਧਰ ਸਕਦੀ ਹੈ ਉਹਦੇ ਬਾਰੇ ਬੜੀ ਡੂੰਘਾਈ ਦੇ ਨਾਲ ਚਾਨਣਾ ਪਾਇਆ। ਦੋਸਤੋ, ਮੈਂ ਪਹਿਲਾਂ ਇੱਕ ਗੱਲ ਕਰੀ ਸੀਗੀ ਵੀ ਜਿਹੜੀਆਂ ਜਥੇਬੰਦੀਆਂ ਅੱਜ ਪੰਜਾਬ ਦੇ ਵਾਸਤੇ, ਆਪਣੇ ਸਮਾਜ ਦੇ ਵਾਸਤੇ, ਆਪਣੀ ਕਮਿਊਨਿਟੀ ਵਾਸਤੇ ਲੜ ਰਹੀਆਂ ਨੇ, ਉਹ ਇੱਕ ਮਿਸਲਾਂ ਦਾ ਰੂਪ ਨੇ। ਜੇ ਅੱਜ ਇੱਕ ਸਾਨੂੰ ਪੰਜਾਬ ਲੈਵਲ ਤੇ ਪਲੇਟਫਾਰਮ ਬਣਿਆ ਹੈ ਸਾਡੇ ਸਿਸਟਮ ਨੂੰ ਚੇਂਜ ਕਰਨ ਦਾ, ਮਿਸਲਾਂ ਨੂੰ ਇੱਕ ਹੋ ਕੇ ਪੰਜਾਬ ਲੈਵਲ ਤੇ ਲੜਨ ਦਾ, ਤੇ ਉਹ ਸਿਰਫ ਇੱਕੋ ਹੀ ਇੱਕ ਪਲੇਟਫਾਰਮ ਹੈ, ਲੋਕ ਅਧਿਕਾਰ ਲਹਿਰ। ਸੋ ਲੋਕ ਅਧਿਕਾਰ ਲਹਿਰ ਨਾਲ ਸਾਨੂੰ ਕਿਉਂ ਜੁੜਨਾ ਪੈਣਾ ਹੈ? ਜਿੰਨੇ ਵੀ ਵੀਰ ਅੱਜ ਉਰੇ ਆਏ ਨੇ, ਮੈਂ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ। ਜਿਹੜਾ ਕਿ ਇੰਡੀਵਿਜੂਅਲ ਤੌਰ ਤੇ ਇਕੱਲਾ ਬੰਦਾ ਹੈ ਉਹਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਜਿਹੜੇ ਅੱਜ ਯੂਨੀਅਨ ਦੇ ਆਪਣੇ ਨਾਲ ਵੀਰਾਂ ਨੂੰ ਲੈ ਕੇ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਸਾਰਿਆਂ ਨੂੰ ਟਾਈਮ ਨਹੀਂ ਦੇ ਸਕਦੇ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਜੇ ਐਡਜਸਟਮੈਂਟ ਹੁੰਦੀ ਹੋਈ। ਦੋਸਤੋ, ਲੋਕ ਅਧਿਕਾਰ ਲਹਿਰ ਨਾਲ ਸਾਨੂੰ ਕਿਉਂ ਜੁੜਨਾ ਪੈਣਾ ਹੈ? ਲੋਕ ਅਧਿਕਾਰ ਲਹਿਰ ਨਾਲ ਸਾਨੂੰ ਤਾਂ ਜੁੜਨਾ ਪੈਣਾ ਹੈ, ਟੈਕਸਾਂ ਦਾ ਪੈਸਾ, ਟੈਕਸ ਅਤੇ ਗੁੰਡਾ ਟੈਕਸ ਦੇ ਵਿੱਚ ਫਰਕ ਸਮਝਣ ਲਈ 74 ਸਾਲਾਂ ਦੇ ਵਿੱਚ ਸਭ ਤੋਂ ਗੁੰਡਾ ਟੈਕਸ ਲੈ ਹੋ ਰਿਹਾ, ਪਰ ਸਾਨੂੰ ਰਿਟਰਨ ਦੇ ਵਿੱਚ ਕੁਝ ਨਹੀਂ ਮਿਲ ਰਿਹਾ। ਸਾਨੂੰ ਸਾਡਾ ਐਜੂਕੇਸ਼ਨ ਸਿਸਟਮ ਫੇਲ ਹੈ, ਸਾਡਾ ਸਿਹਤ ਸਿਸਟਮ ਫੇਲ ਹੈ, ਸਾਡਾ ਰੁਜ਼ਗਾਰ ਸਿਸਟਮ ਹੈ ਜਿਹੜਾ ਜਿੱਥੇ ਰੁਜ਼ਗਾਰ ਮਿਲਣੇ ਨੇ ਸਾਡੇ ਨੌਜਵਾਨਾਂ ਨੂੰ, ਉਹ ਸਿਸਟਮ ਫੇਲ ਹੈ, ਤੇ ਜਿਹੜੀ ਸਾਡੀ ਕਾਨੂੰਨੀ ਵਿਵਸਥਾ ਹੈ ਉਹ ਬਿਲਕੁਲ ਫੇਲ ਹੈ। ਚੰਗੀਆਂ ਸਰਕਾਰਾਂ ਦੇ ਚਾਰੇ ਹੀ ਕੰਮ ਹੁੰਦੇ ਨੇ, ਚਾਰੇ ਕੰਮਾਂ ਤੋਂ ਜਿਹੜੀਆਂ 74 ਸਾਲ ਸਾਡੇ ਤੇ ਸਰਕਾਰ ਕਰਕੇ ਗਈਆਂ ਨੇ, ਰਾਜ ਕਰਕੇ ਗਈਆਂ ਸਰਕਾਰਾਂ, ਇਹ ਚਾਰੇ ਸਿਸਟਮ ਸਾਨੂੰ ਨਹੀਂ ਦੇ ਸਕੀਆਂ। ਉਸ ਦੀ ਉਪਜ ਹੈ ਵੀ ਜਿੰਨੇ ਵੀ ਜਾਗਰੂਕ ਅੱਜ ਵੀਰ ਬੈਠੇ ਨੇ ਸਾਰੇ ਇੱਥੇ ਚੱਲ ਕੇ ਆ ਕੇ ਵਿਚਾਰ ਸੁਣਨ ਆਏ ਨੇ। ਅਸੀਂ ਇੱਕ ਹੋਰ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਲੋਕ ਅਧਿਕਾਰ ਲਹਿਰ ਵੱਲੋਂ ਵੀ ਜੇ ਕੋਈ ਵੀਰ ਬੋਲਣਾ ਚਾਹੁੰਦਾ ਹੈ ਪਰ ਸਾਡੇ ਕੋਲ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਟਾਈਮ ਨਹੀਂ ਦੇ ਸਕਦੇ, ਸਾਡੇ ਕੋਲ ਡਾਇਰੀ ਪਈ ਹੈ, ਜਿਹੜੇ ਤੁਹਾਡੇ ਵਿਚਾਰ ਨੇ ਇਹਦੇ ਤੇ ਲਿਖ ਕੇ ਸਾਨੂੰ ਡਾਇਰੀ ਦੇ ਸਕਦਾ। ਜਿਹੜੇ ਵੀ ਵੀਰ ਦੇ ਕੋਈ ਵਿਚਾਰ ਆਪਣੇ ਲਿਖ ਕੇ ਦੇਣਾ ਚਾਹੁੰਦਾ ਹੈ, ਸੁਝਾਅ, ਇੱਥੋਂ ਡਾਇਰੀ ਲੈ ਸਕਦਾ ਹੈ, ਡਾਇਰੀ ਤੇ ਸੁਝਾਅ ਲਿਖ ਕੇ ਸਾਨੂੰ ਦੇ ਸਕਦਾ, ਤਾਂ ਕਿ ਅਸੀਂ ਅਗਲੀ ਜਿਹੜੀ ਵੀ ਸਾਡੀ ਕਾਨਫਰੰਸ ਹੋਊਗੀ ਅਸੀਂ ਉਹਦੇ ਵਿੱਚ ਉਹਨਾਂ ਨੂੰ ਵਿਚਾਰਾਂਗੇ।